ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੁਡੇ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ ਸਾਡੇ ਐਕਸਕਲੂਸਿਵ ਵੂਮਨ ਅਚੀਵਰਸ ਟਾਕ ਸ਼ੋਅ ਦੇ ਵਿੱਚ। ਸਾਡੇ ਅੱਜ ਦੇ ਸਪੈਸ਼ਲ ਗੈਸਟ ਨੇ ਹਰਪਿੰਦਰ ਰਾਣਾ ਜੀ। ਹਰਪਿੰਦਰ ਰਾਣਾ ਜੀ ਕਾਫੀ ਕਿਤਾਬਾਂ ਤੇ ਨੋਵਲਸ ਲਿਖ ਚੁੱਕੇ ਨੇ ਤੇ ਕਾਫੀ ਸਟੇਟ ਤੇ ਨੈਸ਼ਨਲ ਅਵਾਰਡਸ ਨਾਲ ਵੀ ਇਹਨਾਂ ਨੂੰ ਨਵਾਜਿਆ ਜਾ ਚੁੱਕਾ ਹੈ। ਬਹੁਤ ਬਹੁਤ ਧੰਨਵਾਦ ਮੈਮ ਤੁਹਾਡਾ ਸਾਡੇ ਨਾਲ ਜੁੜਨ ਲਈ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਟਾਈਮ ਦਿੱਤਾ। ਹਰਪਿੰਦਰ ਮੈਮ ਤੁਹਾਡੇ ਸ਼ੁਰੂਆਤ ਤੋਂ ਸ਼ੁਰੂ ਕਰਦੇ ਹਾਂ। ਇਹ ਲਿਖਣ ਦੀ ਸ਼ੁਰੂਆਤ ਕਿੱਦਾਂ ਹੋਈ, ਬਚਪਨ ਦਾ ਮਾਹੌਲ ਕਿੱਦਾਂ ਦਾ ਸੀਗਾ ਤੇ ਸ਼ੁਰੂਆਤੀ ਸਿੱਖਿਆ ਬਾਰੇ ਕੁਝ ਦੱਸੋ। ਲਿਖਣ ਦੀ ਸ਼ੁਰੂਆਤ ਤਾਂ ਜਦੋਂ ਮੈਂ ਕਲਾਸ 1 ਦੇ ਵਿੱਚ ਸੀਗੀ ਉਦੋਂ ਹੀ ਹੋਈ ਹੈਗੀ ਆ। ਉਸ ਤੋਂ ਪਹਿਲਾਂ ਮੈਂ ਜਸਟ ਪੜ੍ਹਦੀ ਹੁੰਦੀ ਸੀਗੀ, ਪਰ ਇਹਦਾ ਜਿਹੜੇ ਬੀਜ ਪਏ ਸੀਗੇ ਮੇਰੇ ਬਚਪਨ 'ਚ ਪਏ ਸੀਗੇ। ਜਿਸ ਤਰ੍ਹਾਂ ਕਿ ਤਕਰੀਬਨ ਹਰ ਇੰਟਰਵਿਊ 'ਚ ਮੈਨੂੰ ਦੱਸਣਾ ਪੈਂਦਾ ਹੈ ਕਿ ਕਿਸੇ RMP ਡਾਕਟਰ ਦੀ ਵਜ੍ਹਾ ਕਰਕੇ ਮੈਂ ਚੱਲ ਫਿਰ ਨਹੀਂ ਸਕਦੀ। ਸੋ ਮੇਰੀ ਪੜ੍ਹਾਈ ਜਿਹੜੀ ਹੈਗੀ ਆ ਉਹ ਕਾਫੀ ਮੁਸ਼ਕਲਾਂ ਨਾਲ ਭਰੀ ਸੀਗੀ। ਪਰ ਉਹ ਜਿਹੜਾ ਬਚਪਨ ਦਾ ਸਮਾਂ ਸੀਗਾ ਮੇਰਾ, ਜਾਂ ਤਾਂ ਫਿਰ ਡਾਕਟਰਾਂ ਦੇ ਕਲੀਨਿਕ ਤੇ ਬੀਤਿਆ ਜਾਂ ਫਿਰ ਜਿਹੜੇ ਚੇਲੇ ਹੁੰਦੇ ਆ ਸਿਰ ਘੁਮਾਉਣ ਵਾਲੇ, ਉਹਨਾਂ ਦੀਆਂ ਪੁੱਛਾਂ ਲੈਂਦਿਆਂ ਤੋਂ ਬੀਤਿਆ। ਪਰ ਇਹਦੇ ਤੋਂ ਪਾਸੇ ਇੱਕ ਮਾਹੌਲ ਸੀ, ਮੇਰੇ ਪੜ੍ਹਾਈ ਦਾ ਮਾਹੌਲ ਸੀਗਾ ਜਿਹੜਾ। ਪੜ੍ਹਾਈ ਦੇ ਮਾਹੌਲ ਵਿੱਚ ਵੀ ਮੇਰੇ ਭੂਆ ਜੀ ਲੱਗੇ ਹੁੰਦੇ ਸੀਗੇ ਕਿਸੇ ਸਕੂਲ ਦੇ ਵਿੱਚ, ਪ੍ਰਾਈਵੇਟ ਸਕੂਲ ਦੇ ਵਿੱਚ। ਪਹਿਲਾਂ ਉਹਨਾਂ ਦੇ ਨਾਲ ਚਲੀ ਜਾਂਦੀ ਸੀ। ਉਸ ਤੋਂ ਬਾਅਦ ਫਿਰ ਜਦੋਂ ਦੂਸਰਾ ਸਕੂਲ ਪਿਆ 5ਵੀਂ ਤੋਂ ਬਾਅਦ ਵਾਲਾ, ਉਹ ਮੇਰੀ ਗਲੀ ਵਿੱਚ ਸੀਗਾ, ਪਰ ਪ੍ਰਾਈਵੇਟ ਸਕੂਲ ਸੀਗਾ। ਬਟ ਉਹਨਾਂ ਨੇ ਮੈਨੂੰ ਦੁੱਗਣੇ ਪੈਸਿਆਂ ਦੇ ਉੱਪਰ ਐਡਮਿਸ਼ਨ ਦਿੱਤੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਮੇਰੀ ਦੁੱਗਣੀ ਕੇਅਰ ਕਰਨੀ ਪਊਗੀ। ਪਰ ਦੁੱਗਣੇ ਪੈਸੇ ਲੈ ਕੇ ਵੀ ਉਹ ਮੈਨੂੰ ਡੈਸਕ ਤੇ ਨਹੀਂ ਬਿਠਾਉਂਦੇ ਹੁੰਦੇ ਸੀਗੇ ਹਨਾ। ਏਦਾਂ ਕਰਕੇ ਮੈਨੂੰ ਸ਼ੁਰੂ ਤੋਂ ਹੀ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਉਹਨਾਂ ਨਾਲ ਦੋ ਚਾਰ ਹੋਣਾ ਪਿਆ। ਉਸ ਤੋਂ ਬਾਅਦ 8ਵੀਂ ਕਲਾਸ ਦੇ ਵਿੱਚ ਇੱਕ ਬੜੇ ਮੈਨੂੰ ਵਧੀਆ ਸਰ ਮਿਲੇ, ਉਹਨਾਂ ਨੇ ਮੇਰਾ ਵਾਹ ਵਾਸਤਾ ਜਿਹੜਾ ਉਹ ਲਿਟਰੇਚਰ ਦੇ ਨਾਲ ਪਾਇਆ। ਪਰ ਉਸ ਤੋਂ ਵੀ ਪਹਿਲਾਂ ਮੇਰੇ ਘਰ ਦੇ ਵਿੱਚ ਮੇਰੇ ਚਾਚਾ ਜੀ, ਮੇਰੀ ਭੂਆ, ਪਾਪਾ ਮੇਰੇ ਸਰਦਾਰ ਸਾਧੂ ਸਿੰਘ, ਉਹ ਸਾਰੇ ਅਖਬਾਰ ਪੜ੍ਹਨ ਦੇ ਬਹੁਤ ਸ਼ੌਕੀਨ ਹੁੰਦੇ ਸੀਗੇ। ਔਰ ਰੇਡੀਓ ਸਾਡੇ ਘਰੇ ਬਹੁਤ ਚੱਲਦਾ ਹੁੰਦਾ ਸੀ। ਸੁਬਾਹ 7 ਵਜੇ, ਪੌਣੇ 7 ਵਜੇ ਪ੍ਰੋਗਰਾਮ ਆਉਂਦਾ ਹੁੰਦਾ ਸੀ ਸੂਰਜ ਕੇ ਸਾਥ ਸਾਥ। ਉਹ ਸੁਣਨਾ ਸਾਰਾ ਦਿਨ, 10 ਵਜੇ ਤੱਕ ਰੇਡੀਓ ਲੱਗਿਆ ਰਹਿਣਾ। ਉਹਦੇ ਵਿੱਚ ਕੁਝ ਤੁਹਾਨੂੰ ਪਤਾ ਹੀ ਹੈ ਸਾਹਿਤਿਕ ਪ੍ਰੋਗਰਾਮ ਵੀ ਆਉਂਦੇ ਰਹਿੰਦੇ ਆ, ਉਹ ਸੁਣਨੇ, ਪੜ੍ਹਨਾ, ਅਖਬਾਰ ਪੜ੍ਹਨਾ, ਛੋਟੀਆਂ ਕਹਾਣੀਆਂ ਪੜ੍ਹਨੀਆਂ। ਫਿਰ ਉਦੋਂ ਲੜੀਵਾਰ ਚੱਲਦੇ ਹੁੰਦੇ ਸੀ ਜਗਬਾਣੀ ਅਖਬਾਰ ਦੇ ਵਿੱਚ। ਉਹ ਪੜ੍ਹਦਿਆਂ ਪੜ੍ਹਦਿਆਂ ਬਸ ਹੌਲੀ ਹੌਲੀ ਜਿਹੜੇ ਬੀਜ ਸੀਗੇ ਉਹ ਅੰਦਰ ਕਿਰਨੇ ਸ਼ੁਰੂ ਹੋ ਗਏ। ਔਰ ਇਹਨਾਂ ਨੇ ਅੱਗੇ ਜਾ ਕੇ ਨਿਕਲਣਾ ਹੁੰਦਾ। ਕੋਈ ਵੀ ਚੀਜ਼ ਆ, ਚਾਹੇ ਬੀਜ ਆ, ਕਦੋਂ ਵੀ ਜ਼ਮੀਨ 'ਚ ਗਿਰ ਪਿਆ, ਜਦੋਂ ਉਹਨੂੰ ਮੌਸਮ ਅਨੁਕੂਲ ਮਿਲੂਗਾ, ਫੁੱਟਣਾ ਤਾਂ ਅੰਕੁਰ ਉਦੋਂ ਹੀ ਹੁੰਦਾ। ਸੋ ਮੇਰੇ ਵਾਲਾ ਜਿਹੜਾ ਅੰਕੁਰ ਸੀਗਾ ਉਹ ਕਾਫੀ ਲੇਟ ਪੁੰਗਰਿਆ ਜਾ ਕੇ 10ਵੀਂ ਦੇ ਵਿੱਚ ਜਦ ਮੈਂ ਪੜ੍ਹਦੀ ਸੀਗੀ ਉਦੋਂ ਮੈਨੂੰ ਕਾਮਰੇਡ ਸੁਰਜੀਤ ਗਿੱਲ ਮਿਲੇ। ਉਹਨਾਂ ਨੇ ਮੇਰਾ ਧਿਆਨ ਜਿਹੜਾ ਸੀਗਾ, ਉਹਨਾਂ ਨੂੰ ਪਤਾ ਲੱਗਿਆ ਵੀ ਇਹ ਲਿਖਣ ਵੱਲ ਹੈਗੀ ਆ, ਤੇ ਉਹਨਾਂ ਨੇ ਮੈਨੂੰ ਕਿਤਾਬਾਂ ਜਿਹੜਾ ਰੂਸੀ ਸਾਹਿਤ ਸੀਗਾ ਉਹਦੇ ਨਾਲ ਵਾਬਸਤਾ ਮੈਨੂੰ ਕਰਵਾਇਆ। ਰੂਸੀ ਸਾਹਿਤ ਪੜ੍ਹਦਿਆਂ ਪੜ੍ਹਦਿਆਂ ਮੈਨੂੰ ਯਾਦ ਹੈ ਵੀ ਉਹ ਇੰਨਾ ਸੋਹਣਾ ਲਿਖਿਆ ਹੁੰਦਾ ਸੀ ਕਿ ਜਿੱਥੇ ਮੈਂ ਕਦੇ ਗਈ ਵੀ ਨਹੀਂ ਆ, ਸਟੈਪੀ ਦੇ ਘਾਹ ਦੇ ਮੈਦਾਨ ਮੈਨੂੰ ਸੁਪਨਿਆਂ 'ਚ ਨਜ਼ਰ ਆਉਣ ਲੱਗ ਗਏ ਸੀਗੇ। ਸੋ ਉੱਥੋਂ ਹੀ ਬਸ ਮੈਂ ਲਿਖਣਾ ਸ਼ੁਰੂ ਕੀਤਾ। ਉਹਨਾਂ ਦਿਨਾਂ ਵਿੱਚ ਆਕਾਸ਼ਵਾਣੀ ਜਲੰਧਰ ਤੋਂ ਯੁਗ ਬਾਣੀ ਪ੍ਰੋਗਰਾਮ ਆਉਂਦਾ ਹੁੰਦਾ ਸੀਗਾ। ਉਹਦੇ ਵਿੱਚ ਗੀਤਾਂ ਭਰੀ ਕਹਾਣੀ ਆਉਂਦੀ ਹੁੰਦੀ ਸੀਗੀ ਵੀ ਵਿੱਚ ਗੀਤ ਲਾਉਣੇ, ਵਿੱਚ ਕਹਾਣੀ ਲਿਖਣੀ। ਉਹ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ। ਬਸ ਇੱਥੋਂ ਹੀ ਸ਼ੁਰੂਆਤ ਹੋਈ ਹੈਗੀ ਆ। ਪਰ ਵਿਧੀਵਤ ਤਰੀਕੇ ਨਾਲ ਜਿਹੜੀਆਂ ਮੇਰੀਆਂ ਕਵਿਤਾਵਾਂ ਛਪਣੀਆਂ ਸ਼ੁਰੂ ਹੋਈਆਂ ਉਹ 2004 ਦੇ ਵਿੱਚ ਸ਼ੁਰੂ ਹੋਈਆਂ, ਤੇ 2007 ਦੇ ਵਿੱਚ ਮੇਰੀ ਪਹਿਲੀ ਕਿਤਾਬ ਆਈ ਸੀ। ਕਾਵਿ ਸੰਗ੍ਰਹਿ ਸੀਗਾ ਬਿਨ ਪਰੋਂ ਪਰਵਾਜ਼। ਉਸ ਤੋਂ ਬਾਅਦ ਮੇਰੀ ਪਰਵਾਜ਼ ਜਿਹੜੀ ਸੀਗੀ ਉਹ ਫਿਰ ਹਾਲੇ ਤੱਕ ਪਰਵਾਜ਼ ਹੈ, ਔਰ ਹੋਰ ਉੱਚੀ ਆ, ਹੋਰ ਉੱਚੀ ਆ। ਬਹੁਤ ਖੂਬ ਮੈਮ। ਤੁਹਾਡਾ ਨੋਵਲ ਕੀ ਜਾਣਾ ਮੈਂ ਕੌਣ, ਜਿਹਨੂੰ ਬਹੁਤ ਜ਼ਿਆਦਾ ਐਪਰੀਸੀਏਸ਼ਨ ਮਿਲੀ, ਜਿਹੜਾ ਸਬਜੈਕਟ ਤੁਸੀਂ ਅਨਐਕਸੈਪਟਡ ਕਮਿਊਨਿਟੀ ਹੈ ਜੋ ਸਮਾਜ ਦੇ ਵਿੱਚ, ਟਰਾਂਸਜੈਂਡਰ, ਉਹਨੂੰ ਚੂਜ਼ ਕੀਤਾ, ਉਹਦੇ ਪਿੱਛੇ ਕੀ ਐਪਰੀਸੀਏਸ਼ਨ ਸੀ? ਸਿਲੈਕਸ਼ਨ ਦੇ ਪਿੱਛੇ ਕੀ ਸਟੋਰੀ ਸੀ ਮੈਮ? ਉਹਦੀ ਸਿਲੈਕਸ਼ਨ ਦੀ ਸਟੋਰੀ ਵੀ ਕਾਫੀ ਲੰਬੀ ਹੈਗੀ ਆ, ਕਿਉਂਕਿ ਮੈਂ ਬਚਪਨ ਦੇ ਵਿੱਚ ਦੇਖਦੀ ਹੁੰਦੀ ਸੀਗੀ ਵੀ ਗਲੀ ਦੇ ਵਿੱਚ ਇੱਕ ਆਦਮੀ ਆਉਣਾ, ਉਹਨੇ ਚੁੰਨੀ ਲਿੱਤੀ ਹੁੰਦੀ, ਮੁਕੈਸ਼ ਵਾਲਾ ਦੁਪੱਟਾ ਲੈਤਾ ਹੁੰਦਾ। ਮੇਰੇ ਲਈ ਉਹ ਅਜੀਬ ਸੀਗਾ ਕਿ ਇੱਕ ਮਰਦ ਹੋ ਕੇ ਉਹ ਔਰਤਾਂ ਵਾਂਗੂ ਚੁੰਨੀ ਕਿਉਂ ਲੈਂਦਾ ਹਨਾ। ਮੇਰੇ ਲਈ ਉਹ ਸਾਰਾ ਕੁਝ ਉਹਨੂੰ ਦੇਖਣਾ ਅਚੰਭੇ ਭਰਿਆ ਸੀਗਾ।
ਤੇ ਜਦ ਵੀ ਉਹਨੇ ਆਉਣਾ, ਮੈਂ ਉਹਨੂੰ ਦੇਖਣ ਵਾਸਤੇ ਜ਼ਰੂਰ ਗਲੀ ਦੇ ਦਰਵਾਜ਼ੇ ਤੱਕ ਜਾਣਾ। ਉਹਦਾ ਜਦੋਂ ਦਿਲ ਕਰਦਾ ਨੱਚਣ ਲੱਗ ਜਾਂਦਾ, ਜਦੋਂ ਦਿਲ ਕਰਦਾ ਗਾਲਾਂ ਕੱਢਣ ਲੱਗ ਜਾਂਦਾ। ਬਹੁਤ ਅਜੀਬ ਪਰਸਨੈਲਿਟੀ ਸੀਗੀ ਉਹ, ਜੋ ਮੇਰੇ ਬਚਪਨ ਦੇ ਨਾਲ ਨਾਲ ਰਹੀ ਹੈਗੀ ਆ। ਔਰ ਉਸ ਤੋਂ ਬਾਅਦ ਮੇਰਾ ਇੱਕ ਸਟੂਡੈਂਟ ਸੀਗਾ, ਹੂੰ ਔਰ ਉਹ ਬਾਈ ਚਾਂਸ ਟਰਾਂਸਜੈਂਡਰ ਸੀ, ਔਰ ਮੈਨੂੰ ਪਤਾ ਨਹੀਂ ਸੀਗਾ। ਮੈਨੂੰ ਲੱਗਣਾ ਵੀ ਉਹਦੀਆਂ ਸਾਰੀਆਂ ਹਰਕਤਾਂ ਇੱਕ ਔਰਤ ਵਰਗੀਆਂ ਕਿਉਂ ਆ। ਲਾਈਕ ਉਹਨੇ ਮਹਿੰਦੀ ਲਗਾਉਣੀ, ਜੇ ਉਹਨੇ ਬੋਲਣਾ ਵੀ ਤਾਂ ਜਿਵੇਂ ਔਰਤਾਂ ਬੜੀਆਂ ਸੌਫਟ ਸਪੋਕਨ ਹੁੰਦੀਆਂ, ਓਦਾਂ ਸਾਰਾ ਕੁਝ ਉਹਦੀ ਪਰਸਨੈਲਿਟੀ ਦੇ ਉਲਟ। ਔਰ ਵੈਸੇ ਵੀ ਉਹਨੂੰ ਬॉयਜ਼ ਲੈਲਾ ਬੋਲਦੇ ਸੀਗੇ, ਉਹਦਾ ਨਾਮ ਲੈਲਾ ਸੀਗਾ ਰੱਖਿਆ ਹੋਇਆ ਉਹਨਾਂ ਨੇ। ਪਰ ਮੈਨੂੰ ਅਜੀਬ ਲੱਗਦਾ ਹੁੰਦਾ ਸੀਗਾ ਵੀ ਇਹ ਸਾਰਾ ਕੁਝ ਕਿਉਂ ਆ। ਜਦੋਂ ਨੂੰ ਮੈਂ ਉਹਨੂੰ ਸਮਝਣਾ ਸ਼ੁਰੂ ਕੀਤਾ, ਉਦੋਂ ਨੂੰ ਉਹ ਮੇਰੇ ਕੋਲੇ, ਮੇਰਾ ਇੱਕ ਟਿਊਸ਼ਨ ਪੜ੍ਹਨ ਆਉਂਦਾ ਹੁੰਦਾ ਸੀਗਾ, ਮੇਰੇ ਨਾਲ ਉਹਦਾ ਵਾਹ ਵਾਸਤਾ ਟੁੱਟ ਗਿਆ। ਅਚਾਨਕ ਉਹ ਘਰ ਛੱਡ ਕੇ ਚਲਾ ਗਿਆ। ਥੋੜੀ ਦੇਰ ਬਾਅਦ ਮੈਨੂੰ ਮਾਰਕੀਟ ਵਿੱਚ ਮਿਲਿਆ, ਤਾਂ ਉਹ ਬੜਾ ਹਿੱਪੀ ਟਾਈਪ ਉਹਨੇ ਕੱਪੜੇ ਪਾਏ ਹੋਏ, ਬਾਲਾਂ ਵਿੱਚ ਉਹਨੇ ਉਹ ਮੋਤੀ ਪਹਿਨੇ ਹੋਏ, ਮਤਲਬ ਬੜਾ ਅਜੀਬ ਡਰੈਸ ਅਪ ਉਹ। ਜ਼ਿਆਦਾਤਰ ਗਰਲਿਸ਼ ਜਿਹੜੀ ਉਹਦੀ ਡਰੈਸ ਅਪ ਸੀਗੀ, ਉਹ ਸੈਂਸ ਜ਼ਿਆਦਾ ਸੀਗੀ। ਤਾਂ ਮੈਨੂੰ ਉਹਨੇ ਆਵਾਜ਼ ਮਾਰੀ ਕਿ ਦੀਦੀ ਮੇਰੀ ਗੱਲ ਸੁਣੋ। ਪਰ ਮੈਂ ਉਦੋਂ ਦੀ ਗੱਲ ਸੁਣ ਨਹੀਂ ਪਾਈ, ਕਿਉਂਕਿ ਮੈਂ ਜਦੋਂ ਸੁਣਨ ਵਾਸਤੇ ਖੜੀ ਤਾਂ ਆਸੇ-ਪਾਸੇ ਦੇ ਲੋਕ ਇੰਨੇ ਹੈਰਾਨੀ ਨਾਲ ਦੇਖ ਰਹੇ ਸੀਗੇ ਕਿ ਮੈਨੂੰ ਲੱਗਿਆ ਵੀ ਸ਼ਾਇਦ ਕੁਝ ਗਲਤ ਹੋ ਗਿਆ। ਬਟ ਮੈਂ ਹੂੰ ਉਹਨੂੰ ਉਸ ਵਕਤ ਇਗਨੋਰ ਮਾਰਤਾ। ਤਾਂ ਉਸ ਤੋਂ ਥੋੜੀ ਦੇਰ ਬਾਅਦ ਮੈਨੂੰ ਪਤਾ ਲੱਗਿਆ ਕਿ ਉਹ ਸ਼ਹਿਰ ਹੀ ਛੱਡ ਕੇ ਚਲਾ ਗਿਆ। ਤਾਂ ਉਹ ਇੱਕ ਗਿਲਟੀ ਮੇਰੇ ਅੰਦਰ ਸੀਗੀ ਵੀ ਉਹ ਕੀ ਕਹਿਣਾ ਚਾਹੁੰਦਾ ਸੀਗਾ ਮੈਨੂੰ, ਹਨਾ। ਉਹ ਬਸ ਉਹਦੇ ਬਾਹਰ ਨਿਕਲਣ ਵਾਸਤੇ ਮੈਂ ਕੁਝ ਲਿਖਣਾ ਚਾਹੁੰਦੀ ਸੀਗੀ। ਤਾਂ ਲਿਖਣ ਤੋਂ ਪਹਿਲਾਂ ਮੈਨੂੰ ਰਿਸਰਚ ਵੀ ਚਾਹੀਦੀ ਸੀਗੀ, ਹਨਾ, ਹੂੰ ਕਿਉਂਕਿ ਰਿਸਰਚ ਤੋਂ ਬਗੈਰ ਤੁਸੀਂ ਲਿਖ ਨਹੀਂ ਸਕਦੇ। ਕਿਉਂਕਿ ਬਿਲਕੁਲ ਇੱਕ ਤਾਂ ਹੁੰਦੇ ਆ ਨਾ ਆਪਣੇ ਆਮ ਮਾਹੌਲ ਦੇ ਵਿੱਚ ਜਿਹੜੇ ਰਹਿੰਦੇ ਆ ਲੋਕ, ਉਹਨਾਂ ਦੇ ਹੂੰ ਬਾਰੇ ਤਾਂ ਆਪਾਂ ਨੂੰ ਪਤਾ ਹੁੰਦਾ, ਪਰ ਇਹ ਜਿਹੜੇ ਟਰਾਂਸਜੈਂਡਰ ਆ, ਅਸਲ 'ਚ ਟਰਾਂਸਜੈਂਡਰ ਤੇ ਖੁਸਰੇ ਜਿਹੜੇ ਹੂੰ ਲਫ਼ਜ਼ ਆ ਨਾ, ਇਹ ਦੋਨੋਂ ਅਲੱਗ-ਅਲੱਗ ਆ। ਹਾਂਜੀ ਮੇਰੀ ਰਿਸਰਚ ਦੇ ਵਿੱਚ ਇਹ ਸਾਹਮਣੇ ਆਇਆ ਵੀ ਹਰ ਖੁਸਰਾ ਤਾਂ ਟਰਾਂਸਜੈਂਡਰ ਹੁੰਦਾ, ਬਟ ਹਰ ਟਰਾਂਸਜੈਂਡਰ ਖੁਸਰਾ ਨਹੀਂ ਹੁੰਦਾ ਗਾ। ਹੂੰ ਕਿਉਂਕਿ ਖੁਸਰਾ ਜਿਹਨੂੰ ਆਪਾਂ ਮੰਨਦੇ ਆ, ਉਹ ਬਾਏ ਮਤਲਬ ਆਰਗਨ ਮੰਨਦੇ ਹੈਗੇ ਆ ਹਾਂਜੀ ਕਿ ਖੁਸਰੇ ਦੀ ਜਿਹੜੀ ਪਹਿਚਾਣ ਹੁੰਦੀ ਆ, ਉਹਦੇ ਜਨਮ ਦੇ ਸਮੇਂ ਹੋ ਜਾਂਦੀ ਆ। ਡਾਕਟਰਸ ਨੂੰ, ਨਰਸਿਸ ਨੂੰ, ਦਾਈਆਂ ਨੂੰ ਵੀ ਹੋ ਜਾਂਦੀ ਸੀਗੀ ਵੀ ਇਹਦੇ ਜਿਹੜੇ ਅੰਗ ਆ ਉਹ ਇੱਕ ਨਾ ਮਰਦ ਵਾਲੇ ਆ ਨਾ ਔਰਤ ਵਾਲੇ ਆ। ਹੂੰ ਉਹ ਖੁਸਰਾ ਉਹ ਹੁੰਦਾ ਸੀ ਆ। ਪਰ ਅੱਜ ਜੋ ਹੈ ਟਰਾਂਸਜੈਂਡਰ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹਨਾਂ ਦੇ ਬਾਡੀ ਹੈ ਜਿਹੜੀ ਉਹ ਜਾਂ ਮਰਦ ਦੀ ਹੋਗੀ ਜਾਂ ਔਰਤ ਦੀ ਹੋਗੀ, ਬਟ ਜਿਹੜੀਆਂ ਅਟਰਨਲ ਫੀਲਿੰਗਸ ਹੈਗੀਆਂ ਉਹਨਾਂ ਦੀਆਂ, ਹੂੰ ਉਹ ਆਪਣੀ ਬਾਡੀ ਤੋਂ ਉਲਟ ਹੋਣਗੀਆਂ। ਉਹਨਾਂ ਸਾਰਿਆਂ ਨੂੰ ਟਰਾਂਸਜੈਂਡਰ ਸੀਰੀਜ਼ ਦੇ ਵਿੱਚ ਰੱਖਿਆ ਗਿਆ ਹੈਗਾ। ਜੀ ਤਾਂ ਫਿਰ ਉਹੀ ਹੋ ਗਿਆ ਨਾ, ਫਿਰ ਵੀ ਉਹ ਖੁਸਰੇ ਨਹੀਂ ਹੁੰਦੇ ਸਾਰੇ ਦੇ ਸਾਰੇ। ਖੁਸਰਾ ਹੋਣਾ ਮਤਲਬ ਰਾਤ ਦੇ ਕੋਲੋਂ ਚੀਜ਼ ਆ ਜਿਹੜੀ ਖੁੱਸੀ ਹੋਈ ਹੋਵੇ। ਖੁੱਸਿਆ ਹੋਇਆ ਉਹ ਅੰਗ ਵੀ ਹੋ ਸਕਦਾ ਜੋ ਉਹਨੂੰ ਇੱਕ ਮਰਦ ਜਾਂ ਔਰਤ ਹੋਣ ਦੀ ਕੈਟਾਗਰੀ 'ਚ ਖੜਾ ਕਰਦਾ, ਹਨਾ। ਹੂੰ ਸੋ ਮੇਰਾ ਜਿਹੜਾ ਨਾਵਲ ਆ ਉਹ ਖੁਸਰਿਆਂ ਦੀ ਲਾਈਫ ਦੇ ਉੱਤੇ ਆਧਾਰਿਤ ਆ, ਪਰ ਉਹਦੇ ਵਿੱਚ ਅੱਗੇ ਚੱਲ ਕੇ ਟਰਾਂਸਜੈਂਡਰ ਕੈਟਾਗਰੀ ਦੇ ਲੋਕ ਵੀ ਆਏ ਆ। ਹੂੰ ਕਿਉਂਕਿ ਖੁਸਰੇ ਤੁਸੀਂ ਵੀ ਦੇਖਿਆ, ਮੈਂ ਵੀ ਦੇਖਿਆ ਕਿ ਸਿਰਫ ਦੋ ਜਿਹੜੇ ਫੈਸ਼ਨ ਹੁੰਦੇ ਆ ਉਹਦੇ ਵਿੱਚ ਹੀ ਆਉਂਦੇ ਆ, ਜਾਂ ਤਾਂ ਕਿਸੇ ਦੇ ਮੁੰਡਾ ਜੰਮਿਆ ਹੋਵੇ ਜਾਂ ਫਿਰ ਕਿਸੇ ਦੇ ਘਰੇ ਵਿਆਹ ਹੋਵੇ। ਜੀ ਪਰ ਇਹ ਦੋਨੋਂ ਚੀਜ਼ਾਂ ਹੀ ਇੱਕ ਖੁਸਰਾ ਨਹੀਂ ਕਰ ਸਕਦਾ, ਕਿਉਂਕਿ ਹਾਂ ਉਹਦੇ ਜਿਹੜੇ ਸਰੀਰ ਦੇ ਅੰਗ ਹੁੰਦੇ ਆ, ਨਾ ਤਾਂ ਉਹ ਵਿਆਹ ਕਰਾ ਸਕਦਾ, ਨਾ ਉਹ ਬੱਚਾ ਜੀ ਪੈਦਾ ਕਰ ਸਕਦਾ। ਜੀ ਤਾਂ ਦੇਖੋ ਕਿੰਨੀ ਟ੍ਰੈਜਡੀ ਆ ਕਿ ਉਹਨਾਂ ਦੋਨਾਂ ਮੌਕਿਆਂ ਦੇ ਉੱਤੇ ਉਹਨੂੰ ਸੱਦਿਆ ਜਾਂਦਾ। ਮੈਨੂੰ ਲੱਗਦਾ ਵੀ ਉਹਨਾਂ ਨੂੰ ਉਹਨਾਂ ਦੀ ਬੇਬਸੀ ਦਾ ਅਹਿਸਾਸ ਕਰਵਾਇਆ ਜਾਂਦਾ ਵੀ ਹੂੰ ਤੁਸੀਂ ਇਹ ਕੰਮ ਨਹੀਂ ਕਰ ਸਕਦੇ, ਫਿਰ ਵੀ ਸਾਨੂੰ ਜਿਹਦੀ ਦੁਆਵਾਂ ਖੁਸ਼ੀ ਦਿਓ। ਮਨਾਈ ਜਾ ਰਹੀ ਹੈ ਹਾਂ, ਪਰ ਮੈਨੂੰ ਬੜਾ ਅਜੀਬ ਲੱਗਦਾ ਹੁੰਦਾ ਸੀਗਾ ਵੀ ਜਿਹੜੀ ਚੀਜ਼ ਉਹਨਾਂ ਕੋਲੇ ਹੈ ਹੀ ਨਹੀਂ ਗੀ, ਉਹ ਮੰਗਦੇ ਕਿਉਂ ਆ ਲੋਕ, ਹਨਾ। ਇਹੀ ਤਰਾਸਦੀਆਂ ਜਿਹੜੀਆਂ ਹੈਗੀਆਂ ਨਾ, ਇਹ ਛੋਟੀਆਂ ਛੋਟੀਆਂ, ਇਹੀ ਮੈਂ ਆਪਦੇ ਨਾਵਲ ਦੇ ਵਿੱਚ ਪੇਸ਼ ਕੀਤੀਆਂ ਹੋਈਆਂ। ਵੀ ਜਿੱਦਾਂ ਕਹਿੰਦੇ ਆ ਵੀ ਉਹ ਜਦੋਂ ਚੁੱਕ ਕੇ ਉਹਨੂੰ ਲੋਰੀ ਦਿੰਦੇ ਆ, ਤੇ ਉਹ ਮਾਵਾਂ ਜਿਹੜੀਆਂ ਹੁੰਦੀਆਂ ਬੜੇ ਨਖਰੇ ਦੇ ਨਾਲ ਆਪਣਾ ਬੱਚਾ ਫੜਾਉਂਦੀਆਂ ਉਹਨਾਂ ਨੂੰ, ਫਿਰ ਉਹ ਕਿੱਦਾਂ ਉਹਨੂੰ ਚੁੱਕ ਕੇ ਲੋਰੀ ਦਿੰਦੇ ਆ, ਆਪਦੇ ਸੀਨੇ ਨਾਲ ਲਾਉਂਦੇ ਹੈਗੇ ਆ। ਪਰ ਫਿਰ ਵੀ ਬਾਅਦ ਵਿੱਚ ਕਿੰਨੇ ਨਖਰੇ ਕਰਦੀਆਂ, ਹਾਏ ਡੇਗ ਨਾ ਦੇਣ ਮੇਰਾ ਬੱਚਾ, ਐ ਨਾ ਕਰ ਦੇਣ, ਇਹਨਾਂ ਨੂੰ ਚੜੀ ਲੱਥੀ ਦੀ ਨੀ ਹੁੰਦੀ, ਬਹੁਤ ਸਾਰੀਆਂ ਗੱਲਾਂ ਉਹ ਕਰਦੀਆਂ। ਤਾਂ ਇਹ ਸਾਰੀਆਂ ਸਾਰੀਆਂ ਜਿਹੜੀਆਂ ਦਿਲ ਨੂੰ ਜਲਾ ਦੇਣ ਵਾਲੀਆਂ ਜਿਹੜੀਆਂ ਗੱਲਾਂ ਹੁੰਦੀਆਂ, ਇਹ ਆਪਾਂ ਲੋਕ ਕਰਦੇ ਆ, ਜਿਹੜੇ ਸੱਭਿਅਕ ਆ, ਜਿਹੜੇ
ਮੁੱਖ ਧਾਰਾ ਦੇ ਵਿੱਚ ਰਹਿਣ ਵਾਲੇ ਲੋਕ ਆ ਉਹ ਕਰਦੇ ਆ। ਤੇ ਇਹ ਜਿਹਨੇ ਸਹਿੰਦੇ ਹੋਣੇ ਆ ਉਹਨਾਂ ਉਹਨਾਂ ਤੇ ਨੂੰ ਕੀ ਮਾਨਸਿਕ ਬੀਤਦੀ ਹੈ। ਤੌਰ ਤੇ ਕਿੰਨਾ ਕੁ ਦੁੱਖ ਹੁੰਦਾ ਹੋਊਗਾ। ਮੈਂ ਉਸ ਦੁੱਖ ਨੂੰ ਬਿਆਨ ਕੀਤਾ ਕਿਉਂਕਿ ਸਰੀਰਕ ਸਥਿਤੀ ਦੇ ਅਨੁਸਾਰ ਮੈਂ ਵੀ ਉਹ ਸਾਰੀਆਂ ਗੱਲਾਂ ਸਹਿੰਦੀ ਰਹੀ ਹਾਂ ਜਿਹੜੀਆਂ ਮਨ ਨੂੰ ਬਹੁਤ ਠੇਸ ਪਹੁੰਚਾਉਂਦੀਆਂ। ਫਿਰ ਮੈਨੂੰ ਲੱਗਿਆ ਵੀ ਅਸੀਂ ਲੋਕ ਐਕਚੁਅਲੀ ਉਹ ਖੁਸਰੇ ਨਹੀਂ ਹੈਗੇ, ਅਸੀਂ ਖੁਸਰੇ ਆ ਜਿਨ੍ਹਾਂ ਦੇ ਕੋਲੋਂ ਮਨੁੱਖਤਾ ਹੀ ਖੁੱਸੀ ਹੋਈ ਆ, ਹਨਾ। ਵੀ ਅਸੀਂ ਇੰਨਾ ਕਿੰਨਾ ਬਹੁਤ ਕੁ ਖੂਬ ਡਿੱਗ ਸਕਦੇ ਜੀ। ਹੈਗੇ ਆ ਵੀ ਅਸੀਂ ਉਹਨਾਂ ਦੇ ਲਈ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਅਸੀਂ ਉਹਨਾਂ ਨੂੰ ਬੁਰਾ ਭਲਾ ਕਹਿੰਦੇ ਆ, ਔਰ ਉਹਨਾਂ ਦੇ ਕੋਲੇ ਕੁਝ ਵੀ ਨਹੀਂ ਹੁੰਦਾਗਾ। ਉਹਨਾਂ ਨੂੰ ਆਪਾਂ ਘਰ ਤੋਂ ਵੀ ਅਲੱਗ ਕਰ ਦਿੰਦੇ ਆ, ਸਮਾਜ ਤੋਂ ਵੀ ਅਲੱਗ ਕਰ ਦਿੰਦੇ ਆ, ਫਿਰ ਵੀ ਆਪਾਂ ਉਹਨਾਂ ਤੋਂ ਦੁਆਵਾਂ ਮੰਗਦੇ ਹੈਗੇ ਆ। ਤੇ ਸਾਡੇ ਨਾਲੋਂ ਜ਼ਿਆਦਾ ਬੈਟਰ ਜਿਹੜੇ ਹੈਗੇ ਆ ਉਹ ਆ ਜਿਹੜੇ ਕੁਛ ਨਾ ਹੋਣ ਦੇ ਬਾਵਜੂਦ ਵੀ ਸਾਨੂੰ ਬਹੁਤ ਕੁਛ ਆ ਜਿਹੜਾ ਉਹ ਦਿੰਦੇ। ਬਹੁਤ ਖੂਬ ਮੈਮ। ਅੱਛਾ ਮੈਮ, ਜਿਵੇਂ ਔਰਤਾਂ ਨੂੰ ਦਰਸਾਇਆ ਜਾਂਦਾ ਹੈ ਫਿਲਮਾਂ ਦੇ ਵਿੱਚ, ਗਾਣਿਆਂ ਦੇ ਵਿੱਚ, ਨੋਵਲਸ ਰਾਈਟਿੰਗ ਜਾਂ ਪੋਇਮਸ ਦੇ ਵਿੱਚ ਵੀ, ਤੇ ਅਸਲ ਜ਼ਿੰਦਗੀ ਦੇ ਵਿੱਚ ਜੋ ਔਰਤ ਦਾ ਅਹੁਦਾ ਹੈ ਤੇ ਅਸਲ ਸਥਿਤੀ ਹੈ ਉਹਦੇ 'ਚ ਕਿੰਨਾ ਕੁ ਫਰਕ ਆ? ਫਰਕ ਹੈ ਵੀ ਹੈ ਜਾਂ ਨਹੀਂ? ਦੇਖੋ, ਫਿਲਮ, ਨੋਵਲ, ਇਹ ਸਾਰਾ ਕੁਛ ਇਹਦੇ ਵਿੱਚ ਇੱਕ ਅੰਸ਼ ਭਰ ਹੁੰਦਾ, ਉਹ ਹੁੰਦਾ ਕਲਪਨਾ ਦਾ। ਔਰ ਜਿਹੜੀ ਕਲਪਨਾ ਹੁੰਦੀ ਆ ਉਹ ਮਤਲਬ ਕਿ ਤੁਸੀਂ ਅਣਹੋਈਆਂ ਨੂੰ ਵੀ ਕਲਪਿਆ ਜਾ ਸਕਦਾ ਹੈਗਾ। ਜੋ ਕੁਛ ਹੈ ਹੀ ਨਹੀਂਗਾ ਉਹ ਵੀ ਆਪਾਂ ਸਾਕਾਰ ਦੇਖ ਸਕਦੇ ਹਾਂ, ਕਿਉਂਕਿ ਕਲਪਨਾ ਤਾਂ ਕਲਪਨਾ ਹੀ ਆ, ਉਡਾਨ ਆ, ਹਨਾ। ਪਰ ਬਹੁਤ ਸਾਰੀਆਂ ਫਿਲਮਾਂ ਹੈਗੀਆਂ ਜਿਹੜੀਆਂ ਜ਼ਿੰਦਗੀ ਦੇ ਨੇੜੇ ਹੁੰਦੀਆਂ, ਜਿਵੇਂ ਕਲਾ ਆਰਟ ਮੂਵੀਜ਼ ਆ, ਕਲਾ ਫਿਲਮਾਂ ਹੁੰਦੀਆਂ, ਉਹਨਾਂ ਵਿੱਚ ਸਾਰੇ ਦਾ ਸਾਰਾ ਔਰਤ ਦੇ ਬਾਰੇ ਵਿੱਚ ਦਿਖਾਇਆ ਜਾਂਦਾ। ਪਰ ਮੈਨੂੰ ਲੱਗਦਾ ਕਿ ਔਰਤ ਨੂੰ ਜ਼ਿਆਦਾਤਰ ਜਿਸ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ, ਖਾਸ ਕਰਕੇ ਫਿਲਮਾਂ ਦੀ ਦੁਨੀਆ ਦੇ ਵਿੱਚ, ਉਦਾਂ ਦੀ ਔਰਤ ਆਮ ਮੌਜੂਦਾ ਸਮਾਜ ਦੇ ਵਿੱਚ ਨਹੀਂ ਹੈਗੀ। ਸਥਿਤੀ ਬਹੁਤ ਉਲਟ ਆ। ਜੀ। ਮੈਨੂੰ ਫਿਲਮਾਂ ਵੇਖ ਕੇ, ਨਾਵਲ ਪੜ੍ਹ ਕੇ ਜਾਂ ਕੁਛ ਵੀ ਏਦਾਂ ਦੀਆਂ ਉੱਚ ਵਰਗ ਦੀਆਂ ਔਰਤਾਂ ਨੂੰ ਦੇਖ ਕੇ ਤਾਂ ਲੱਗਦਾ ਹੁੰਦਾ ਕਿ ਔਰਤ ਨਾਲ ਕਿਧਰੇ ਵੀ ਡਿਸਕ੍ਰਿਮੀਨੇਟ ਹੁੰਦਾ ਹੀ ਨਹੀਂ ਆ, ਹਨਾ। ਪਰ ਜੇ ਅਸੀਂ ਮੌਜੂਦਾ ਸਮੇਂ ਨੂੰ ਦੇਖਦੇ ਹਾਂ, ਆਮ ਤੁਹਾਡੇ ਮੇਰੇ ਵਰਗੇ ਘਰਾਂ ਦੇ ਵਿੱਚ ਆਪਾਂ ਦੇਖਦੇ ਹੈਗੇ ਆ, ਤਾਂ ਉਹਨਾਂ ਘਰਾਂ ਦੇ ਵਿੱਚ ਬਹੁਤ ਵਾਰੀ ਏਦਾਂ ਹੁੰਦਾ ਕਿ ਔਰਤ ਖੁਦ ਡਿਸਕ੍ਰਿਮੀਨੇਟ ਕਰਦੀ ਆ, ਦੂਜਿਆਂ ਨੂੰ ਦਬਾਉਂਦੀ ਹੈਗੀ ਆ, ਹਨਾ। ਬਿਲਕੁਲ। ਜਿਹੜੇ ਬਹੁਤ ਸਾਰੇ ਘਰ ਅੱਜ ਕੱਲ੍ਹ ਟੁੱਟ ਰਹੇ ਆ, ਤਲਾਕ ਜਿੱਦਾਂ ਵੱਧ ਰਹੇ ਹੈਗੇ ਆ, ਉਹਦੇ ਵਿੱਚ ਔਰਤ ਆ ਜਿਹੜੀ ਉਹਦਾ ਜ਼ਿਆਦਾ ਕਸੂਰ ਨਿਕਲਦਾ ਪਿਆ ਹੈਗਾ, ਹਨਾ। ਕੋਈ ਸਮਾਂ ਸੀਗਾ ਜਦੋਂ ਔਰਤ ਨੂੰ ਘਰ ਦੀ ਦਹਿਲੀਜ਼ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਸੀਗਾ, ਹਨਾ। ਪਰ ਅੱਜ ਕੱਲ੍ਹ ਜਿਹੜੇ ਉਹ ਬਰਾਬਰ ਕੰਮ ਵੀ ਕਰਦੀ ਆ, ਠੀਕ ਹੈ। ਤਾਂ ਉਹਦੀਆਂ ਜਿਹੜੀਆਂ ਜੀਵਨ ਦੀਆਂ ਹਾਲਾਤਾਂ ਸੀਗੀਆਂ ਉਹ ਮਰਦ ਦੇ ਬਰਾਬਰ ਆ, ਠੀਕ ਹੈ ਨਾ। ਪਰ ਉਹਨੂੰ ਵੀ ਚੰਗੇ ਤਰੀਕੇ ਨਾਲ ਪੇਸ਼ ਨਹੀਂ ਕੀਤਾ ਜਾਂਦਾ, ਫਿਰ ਵੀ ਬਾਹਰ ਵੀ ਜਾਂਦੀ ਹੈ ਚਾਹੇ ਉਹ ਔਰਤ। ਮੈਨੂੰ ਲੱਗਦਾ ਹੁੰਦਾ ਵੀ ਕੰਮਕਾਜੀ ਜਿਹੜੀਆਂ ਔਰਤਾਂ ਹੁੰਦੀਆਂ ਉਹਨਾਂ ਦੇ ਲਈ ਸੇਮ ਜਿਹੜਾ ਕੰਮ ਕਰਨ ਦਾ ਮਾਹੌਲ ਹੁੰਦਾ ਮਿਲਦਾ ਨਹੀਂ ਹੈਗਾ ਉਹਨਾਂ ਨੂੰ। ਕਿਤੇ ਨਾ ਕਿਤੇ ਜਾ ਕੇ ਫਿਰ ਵੀ ਉਹਨਾਂ ਨੂੰ ਇੱਕ ਮਰਦ ਸਾਥੀ ਵੱਲੋਂ ਉਹਨਾਂ ਨੂੰ ਕੁਛ ਨਾ ਕੁਛ ਅਜਿਹਾ ਕਹਿ ਦਿੱਤਾ ਜਾਂਦਾ, ਐਜ਼ ਲਾਈਕ ਉਹਨਾਂ ਦੀ ਆਦਤ ਹੁੰਦੀ ਹੈ ਯਾਰ ਕਹਿ ਦੇਣਾ, ਹਨਾ। ਮੁੰਡਿਆਂ ਦੀ ਅਕਸਰ ਹੀ ਆਦਤ ਹੁੰਦੀ ਹੈ। ਔਰ ਉਹ ਚਾਹੇ ਤੁਹਾਡੀ ਤੋਂ ਵੱਡੀ ਉਮਰ ਦਾ ਕਿਉਂ ਨਾ ਹੋਵੇ, ਉਹ ਕਿਤੇ ਨਾ ਕਿਤੇ ਤੁਸੀਂ ਉਹਦੇ ਨਾਲ ਗੱਲ ਕਰਦੇ ਹੋ ਤਾਂ ਉਹ ਕਹੂਗਾ ਮੈਂ ਤੈਨੂੰ ਯਾਰ ਕਹਿ ਲਾਂ। ਬੰਦਾ ਸੋਚਦਾ ਵੀ ਮੈਨੂੰ ਕਿਉਂ ਯਾਰ ਕਹੂਗਾ, ਵੀ ਮੈਂ ਇਹਦੀ ਕੁੜੀ ਦੀ ਉਮਰ ਦੀ ਆ ਜਾਂ ਇਹਦੀ ਭੈਣ ਦੀ ਉਮਰ ਦੀ ਆ। ਯਾਰ ਲਫ਼ਜ਼ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਇੱਕ ਖਾਸ ਪਰਟੀਕੁਲਰ ਔਰਤ ਨੂੰ ਕਿਹਾ ਜਾ ਸਕਦਾ ਵੀ ਯਾਰ, ਹਨਾ। ਪਰ ਉਹ ਏਦਾਂ ਦੀਆਂ ਖੁੱਲ੍ਹਾਂ ਲੈਂਦੇ ਹੈਗੇ ਉੱਥੇ। ਹੁਣ ਜੇ ਆਪਾਂ ਮਨਾ ਕਰਦੇ ਹਾਂ ਤਾਂ ਕਹੂਗਾ ਉਹ, ਇਹ ਆਪਾਂ ਨੂੰ ਸੁਣਨ ਨੂੰ ਮਿਲਦਾ ਵੀ ਇਹ ਤਾਂ ਪਛਾਣ ਖਿੱਚੂ ਆ, ਇੰਨੀ ਪੜ੍ਹੀ ਲਿਖੀ ਹੋਣ ਦੇ ਬਾਵਜੂਦ ਵੀ ਇਹ ਏਦਾਂ ਕਰਦੀ ਹੈਗੀ ਹੈ ਨਾ। ਉਹ ਵਿਚਾਰੀ ਉਹ ਡਬਲ ਮਾਈਂਡਡ ਹੋ ਜਾਂਦੀ ਹੈਗੀ ਹੈ। ਇਹ ਉਹਦੀ ਮਨੋਸਥਿਤੀ ਹੈ ਜਿਹੜੀ ਉਹ ਸਮਝਦਾ ਨਹੀਂ। ਹੁਣ ਰਾਈਟਿੰਗ ਖੇਤਰ ਦੇ ਵਿੱਚ ਵੀ ਹੈਗੇ ਆ, ਅਗਰ ਤੁਹਾਡੀ ਕਹਾਣੀ ਛਪਦੀ ਆ ਤਾਂ ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਆ, ਉਹਨਾਂ ਵਿੱਚੋਂ ਮਰਦ ਲੋਕਾਂ ਦੇ ਫੋਨ ਜ਼ਿਆਦਾ ਹੁੰਦੇ ਆ। ਔਰਤ ਨੂੰ ਔਰਤ ਨਹੀਂ ਫੋਨ ਕਰਦੀ ਹੁੰਦੀ, ਬਹੁਤ ਘੱਟ ਕਰਦੀ ਆ। ਵੈਸੇ ਮੇਰਾ ਵਾਹ ਵਾਸਤਾ, ਮੈਨੂੰ ਜ਼ਿਆਦਾਤਰ ਮੈਂ ਕੁੜੀਆਂ ਨਾਲ ਰਹਿਣਾ ਪਸੰਦ ਕਰਦੀ ਹਾਂ, ਹਨਾ। ਹੁਣ ਤੁਸੀਂ ਇਹ ਨਾ ਸਮਝਿਓ ਜੇ ਵੀ ਇੱਧਰ ਵੀ ਕੁਛ ਗੜਬੜ ਹੈਗੀ ਆ। ਪਰ ਮੈਨੂੰ ਏਦਾਂ ਲੱਗਦਾ ਹੁੰਦਾ ਨਾ ਵੀ ਔਰਤਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਕੰਟਰੀਬਿਊਸ਼ਨ ਸਮਾਜ ਦੇ ਵਿੱਚ ਵੈਸੇ ਹੀ ਘੱਟ ਹੁੰਦੀ ਆ, ਔਰ ਖਾਸ ਕਰਕੇ ਸਾਹਿਤ ਦੇ ਵਿੱਚ ਤਾਂ ਬਹੁਤ ਘੱਟ ਆ। ਤੇ ਫਿਰ ਮੈਂ ਜਿਹੜੀਆਂ ਸਾਹਿਤ ਵੱਲ ਕੁੜੀਆਂ ਮੁੜੀਆਂ ਹੈਗੀਆਂ ਉਹਨਾਂ ਨੂੰ ਮੈਂ ਜ਼ਿਆਦਾ ਐਪਰੀਸ਼ੀਏਟ ਕਰਦੀ ਹਾਂ, ਉਹਨਾਂ ਨੂੰ ਮੈਂ ਫੋਨ ਵੀ ਕਰਦੀ ਹਾਂ। ਤੇ ਮੇਰੇ ਫੇਸਬੁੱਕ ਦੇ ਉੱਪਰ ਵੀ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਰਾਈਟਰ ਕੁੜੀਆਂ ਹੈਗੀਆਂ
ਮੈਂ ਉਹਨਾਂ ਨੂੰ ਹੀ ਮਤਲਬ ਪ੍ਰੋਤਸਾਹਨ ਦਿੰਦੀ ਹਾਂ ਕਿ ਵੀ ਉਹ ਲਿਖਣ ਅੱਗੇ ਆਉਣ। ਹੂੰ ਪਰ ਹਾਲੇ ਤੱਕ ਕੀ ਹੁੰਦਾ ਵੀ ਹੁਣ ਮੈਂ ਤੁਹਾਨੂੰ ਇੱਕ ਨੋਵਲ ਪਿਛਲੇ ਦਿਨਾਂ 'ਚ ਮੈਂ ਪੜ੍ਹਿਆ ਸੀ, ਪੇਟੈਂਟ ਹਸਬੈਂਡ। ਔਰ ਉਹਦੇ ਵਿੱਚ ਇਹ ਦਿਖਾਇਆ ਸੀਗਾ ਵੀ ਜਿਹਦੇ ਕੋਲੇ ਆਮਦਨ ਦੇ ਸਾਧਨ ਆ, ਆਰਥਿਕ ਤੌਰ ਤੇ ਜਿਹੜੀ ਮਜ਼ਬੂਤ ਔਰਤ ਹੈਗੀ ਆ, ਹੂੰ ਉਹ ਮਰਦ ਵਾਂਗੂ ਸੋਚਦੀ ਆ। ਜਿਵੇਂ ਮਰਦ ਸੋਚਦਾ ਸੀਗਾ ਵੀ ਮੇਰੇ ਕੋਲ ਪੈਸਾ, ਮੈਂ ਕਿਸੇ ਵੀ ਔਰਤ ਨੂੰ ਖਰੀਦ ਸਕਦਾ ਆਪਣੀ ਰਾਤ ਰੰਗੀਨ ਕਰਨ ਵਾਸਤੇ। ਪਰ ਉਹਦੇ ਵਿੱਚ ਜਿਹੜੀ ਔਰਤ ਹੈਗੀ ਆ ਉਹਦੇ ਕੋਲੇ ਸਭ ਕੁਝ ਹੁੰਦਾ ਔਰ ਉਹ ਆਪਣੇ ਲਈ ਪਲੇ ਬॉय ਖਰੀਦਦੀ ਆ। ਜੀ ਇਹ ਇਹ ਜਿਹੜਾ ਹੈਗਾ ਉੱਚ ਮਰਦ ਵਰਗ ਵਿੱਚ ਸੰਭਵ ਆ, ਪਰ ਹਾਲੇ ਤੱਕ ਜਦੋਂ ਆਪਾਂ ਲੋਅਰ ਲੈਵਲ ਤੇ ਆਉਣੇ ਹੈਗੇ ਆ, ਪੇਂਡੂ ਖੇਤਰ 'ਚ ਆਉਣੇ ਹੈਗੇ ਆ, ਜੀ ਉਸ ਤਰ੍ਹਾਂ ਦਾ ਤਾਂ ਸਿਰਫ ਇੱਕ ਕਲਪਨਾ ਨਜ਼ਰ ਆਉਂਦੀ ਹੈਗੀ ਆ, ਹਨਾ। ਬਿਲਕੁਲ ਮਤਲਬ ਇਹ ਦੋਨੋਂ ਚੀਜ਼ਾਂ, ਜਿਵੇਂ ਤੁਸੀਂ ਸਵਾਲ ਤੁਹਾਡਾ ਇਹ ਸੀਗਾ ਵੀ ਕੀ ਅਸਲੀਅਤ ਕੁਝ ਹੋਰ ਜੀ ਹੈ ਤੇ ਜੋ ਫਿਲਮਾਂ ਕੁਝ ਹੋਰ ਹੈ, ਤਾਂ ਇਹ ਤੁਹਾਡੀ ਗੱਲ 100% ਸਹੀ ਆ। ਅਸਲੀਅਤ ਵਿੱਚ ਤਾਂ ਇਹ ਹੈਗੀ ਆ ਵੀ ਪਿੰਡ ਵਿੱਚੋਂ ਅਗਰ ਕੋਈ ਕੁੜੀ ਆ ਜਿਹੜੀ ਉਹ ਲਵ ਮੈਰਿਜ ਕਰਾਉਂਦੀ ਵੀ ਆ, ਭੱਜ ਕੇ ਮੈਰਿਜ ਕਰਾਉਂਦੀ ਵੀ ਆ, ਤਾਂ ਉਹਦੇ ਰਿਸ਼ਤੇਦਾਰ ਕੁੜੀਆਂ ਜਿਹੜੀਆਂ ਚੰਗੀਆਂ ਭਲੀਆਂ ਹੁੰਦੀਆਂ, ਜਿਨ੍ਹਾਂ ਦਾ ਆਸ਼ਕੀ ਵੱਲ ਧਿਆਨ ਵੀ ਨਹੀਂ ਹੁੰਦਾ, ਉਹਨਾਂ ਨੂੰ ਵੀ ਸਕੂਲੋਂ ਹਟਾ ਲਿਆ ਜਾਂਦਾ। ਹੂੰ ਅਸਲ ਅਸਲ ਵਿੱਚ ਪਿੰਡੂ ਸਮਾਜ ਇੱਥੇ ਤੱਕ ਖੜਾ ਹੋਇਆ ਵੀ ਕਸੂਰ ਨਾ ਹੋਣ ਦੇ ਬਾਵਜੂਦ ਵੀ ਉਹਨੂੰ ਸਿਰਫ ਇਹ ਕਰਕੇ ਹਟਾ ਲਿਆ ਜਾਂਦਾ ਵੀ ਉਹ ਤੇਰੀ ਮਾਸੀ ਦੀ ਕੁੜੀ ਸੀ ਜਾਂ ਤੇਰੀ ਸਹੇਲੀ ਸੀ, ਉਹਨੇ ਐਂ ਕੀਤਾ ਤੂੰ ਵੀ ਐਂ ਕਰੇਂਗੀ, ਜਿਹੜੀ ਹੂੰ ਚੀਜ਼ ਹੋਈ ਨਹੀਂ ਹੁੰਦੀ ਗੀ, ਹਨਾ। ਤੇ ਹੂੰ ਜੇ ਅਸੀਂ ਫਿਲਮਾਂ ਨੂੰ ਦੇਖਦੇ ਹਾਂ, ਅੱਜ ਕੱਲ੍ਹ ਦੀਆਂ ਫਿਲਮਾਂ ਦੇਖਦੇ ਹਾਂ, ਤਾਂ ਉਹ ਕਿੰਨੀਆਂ ਗਲੈਮਰ ਭਰਪੂਰ ਹੁੰਦੀਆਂ। ਨਾਵਲਾਂ ਦੇ ਵਿੱਚ ਵੀ ਔਰਤ ਦਾ ਉਹ ਜਿਹੜਾ ਰੂਪ ਹੈਗਾ, ਜਿਹੜੀਆਂ ਤਰੱਕੀ ਕਰ ਜਾਂਦੀਆਂ ਹੈਗੀਆਂ, ਬਿਲਕੁਲ ਉਹਨਾਂ ਦੇ ਬਾਰੇ ਵਿੱਚ ਲਿਖਿਆ ਜਾਂਦਾ। ਕਿਉਂਕਿ ਜੀ ਮੈਨੂੰ ਲੱਗਦਾ ਹੁੰਦਾ ਵੀ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਹਾਂ ਵੀ ਹਾਂ ਹਲੇ ਵੀ ਐਂਡ ਤੇ ਜੋ ਜੋ ਗ੍ਰਾਸ ਰੂਟ ਲੈਵਲ ਦੇ ਉੱਪਰ ਆਪਾਂ ਗੱਲ ਕਰਦੇ ਹਾਂ, ਹੂੰ ਉੱਥੋਂ ਦਾ ਜਿਹੜਾ ਮਾਹੌਲ ਹੈਗਾ ਉਹ ਉਲਟਾ, ਬਿਲਕੁਲ ਹੂੰ ਉਲਟਾ। ਉੱਥੋਂ ਦੇ ਮਾਹੌਲ ਦੇ ਵਿੱਚ ਇੱਕ ਚੇਂਜ ਆ ਰਹੀ ਆ, ਔਰ ਉਹ ਚੇਂਜ ਆ ਜਿਹੜੀ ਉਹ ਇਹ ਹੈਗੀ ਆ ਵੀ ਮੰਨ ਲਓ ਹੁਣ ਜਿਹੜੀਆਂ 50 ਸਾਲ ਦੇ ਕਰੀਬ ਔਰਤਾਂ ਜਿਹੜੀਆਂ ਅੱਜ ਸੱਸਾਂ ਬਣੀਆਂ ਹੋਈਆਂ, ਹਨਾ, ਹੂੰ ਉਹ ਜਦੋਂ ਆਪ ਨੂੰ ਕੁੜੀਆਂ ਹੁੰਦੀਆਂ ਸੀਗੀਆਂ ਤਾਂ ਉਹ ਆਪਣੇ ਮਾਪਿਆਂ ਦੇ ਅਧੀਨ ਰਹਿੰਦੀਆਂ ਸੀਗੀਆਂ। ਜੀ ਜਦੋਂ ਉਹ ਨੂੰਹਾਂ ਬਣੀਆਂ ਤਾਂ ਉਹਨਾਂ ਦੀਆਂ ਸੱਸਾਂ ਦੇ ਅਧੀਨ ਉਹਨਾਂ ਨੂੰ ਰਹਿਣਾ ਪਿਆ। ਉਸ ਸਮੇਂ ਦਰਮਿਆਨ ਉਹਨਾਂ ਨੂੰ ਐ ਲੱਗਦਾ ਸੀਗਾ ਵੀ ਮੈਂ ਜਦੋਂ ਕੁੜੀ ਸੀ ਤਾਂ ਆਪਣੇ ਮਾਂ-ਬਾਪ ਦੇ ਅਧੀਨ ਸੀ, ਹੁਣ ਮੈਨੂੰ ਮੇਰੀ ਸੱਸ ਦੇ ਅਧੀਨ ਰਹਿਣਾ ਪਿਆ। ਮੇਰੀ ਜਿਹੜੀ ਕੁੜੀ ਹੋਊਗੀ ਉਹ ਮੇਰੀ ਆਪਦੀ ਸੱਸ ਦੇ ਅਧੀਨ ਨਹੀਂ ਹੋਊਗੀ, ਉਹ ਜ਼ਿਆਦਤੀਆਂ ਨੂੰ ਨਹੀਂ ਸਹੂਗੀ। ਤਾਂ ਉਹਨੇ ਜੋ ਕੁੜੀ ਪੈਦਾ ਕੀਤੀ ਜਾਂ ਉਹਨੇ ਜੋ ਕੁੜੀ ਦੀ ਪਰਵਰਿਸ਼ ਕੀਤੀ, ਉਹਦੇ ਵਿੱਚ ਇੱਕ ਬਲੰਟਪਨ ਭਰਿਆ ਗਿਆ ਵੀ ਬੋਲਡਨੈਸ ਉਹ ਦਿੱਤੀ ਗਈ ਵਧੀ ਹੂੰ ਨਹੀਂ ਸਹੂਗੀ। ਦੂਸਰੇ ਪਾਸੇ ਉਹ ਇਹ ਵੀ ਸੀਗਾ, ਉਹ ਨਾਲ ਨਾਲ ਇਹ ਵੀ ਸੋਚਦੀ ਸੀਗੀ ਵੀ ਜਿਹੜੀ ਮੇਰੀ ਨੂੰਹ ਆਊਗੀ, ਹੂੰ ਮੈਂ ਉਹਦੇ ਨਾਲ ਉਹ ਸਭ ਕੁਝ ਨਹੀਂ ਕਰੂੰਗੀ ਜੋ ਮੇਰੇ ਨਾਲ ਹੁੰਦਾ ਮੇਰੇ ਹੈ। ਨਾਲ ਯਾਨੀ ਹੋਇਆ ਕਿ ਦੋਗਲੀ ਜਿਹੜੀ ਸਥਿਤੀ ਹੈਗੀ ਸੀਗੀ, ਉਹ ਆਪਣੀ ਕੁੜੀ ਬਾਰੇ ਤਾਂ ਇਹ ਸੋਚਦੀ ਸੀਗੀ ਵੀ ਉਹ ਵਧੀਕੀਆ ਨਾ ਸਵੇ, ਔਰ ਹੂੰ ਆਪਣੀ ਨੂੰਹ ਬਾਰੇ ਉਹ ਇਹ ਸੋਚਦੀ ਸੀ ਕਿ ਵੀ ਮੈਂ ਉਹਦੇ ਨਾਲ ਅਜਿਹਾ ਕੁਝ ਨਹੀਂ ਕਰੂੰਗੀ। ਤਾਂ ਦੇਖੋ, ਆਫਟਰ ਆਲ ਕੁੜੀ ਤਾਂ ਇੱਕ ਹੀ ਹੁੰਦੀ ਹੈ ਨਾ, ਜਿਹੜੀ ਹੂੰ ਉਹੀ ਕੁੜੀ ਨੇ ਨੂੰਹ ਬਣਨਾ ਹੁੰਦਾ ਹੈਗਾ, ਹਨਾ। ਹੂੰ ਤਾਂ ਉਹ ਜਦੋਂ ਉਸ ਤਰ੍ਹਾਂ ਦੀ ਜਿਹੜੀ ਦੋਗਲੀ ਪਰਵਰਿਸ਼ ਦੇ ਵਿੱਚ ਕੁੜੀਆਂ ਹਿਪੋਕ੍ਰੇਸੀ ਆਈਆਂ ਹੂੰ ਹੈਗੀਆਂ, ਜੀ ਹਨਾ, ਹਾਂ, ਉਹਦੇ ਵਿੱਚ ਜਿਹੜੀਆਂ ਕੁੜੀਆਂ ਆਈਆਂ ਅੱਜ ਜਿਹੜੀਆਂ ਨੂੰਹਾਂ ਬਣੀਆਂ ਹੋਈਆਂ ਹੈਗੀਆਂ, ਉਹ ਫਿਰ ਉੱਥੇ ਇੱਕ ਪਰਸਨੈਲਿਟੀ ਦਾ ਜਿਹੜਾ ਅੰਤਰ ਵਿਰੋਧਾਭਾਸ ਹੈਗਾ ਉਹ ਹਾਂਜੀ ਸਾਹਮਣੇ ਆ ਰਿਹਾ। ਔਰ ਜਦੋਂ ਕਿਧਰੇ ਦੋ ਉਲਟ ਪਰਸਨੈਲਿਟੀਜ਼ ਇੱਕ ਜਣੇ ਚ ਆ ਜਾਣ ਤਾਂ ਉੱਥੇ ਟਕਰਾਵ ਹੁੰਦਾ। ਉਹ ਟਕਰਾਵ ਅੱਜ ਕੱਲ ਦੇਖਣ ਨੂੰ ਮਿਲ ਰਿਹਾ ਹੈਗਾ ਹੁਣ। ਜੀ ਜਿਹੜਾ ਇਸ ਟਕਰਾਵ ਨੂੰ ਸਹਿੰਦਾ ਉਹਨੂੰ ਲੱਗਦਾ ਵੀ ਇਹ ਯਾਰ ਗਲਤ ਹੋ ਰਿਹਾ ਹੈਗਾ, ਬਿਲਕੁਲ ਜਿਹੜਾ ਉਸ ਟਕਰਾਵ ਦੇ ਕਾਰਨਾਂ ਨੂੰ ਲੱਭਦਾ ਤਾਂ ਉਹਨੂੰ ਲੱਗਦਾ ਕਿ ਵੀ ਸਹੀ ਹੋ ਰਿਹਾ ਹੈਗਾ। ਹੂੰ ਸੋ ਮੌਜੂਦਾ ਔਰਤ ਦੀ ਜਿਹੜੀ ਸਥਿਤੀ ਆ ਨਾ, ਉਹ ਸਹੀ ਤੇ ਗਲਤ ਦੇ ਵਿੱਚ ਲਟਕ ਰਹੀ ਆ। ਉਹ ਖੁਦ ਹੀ ਆਪਣੀ ਪਰਿਭਾਸ਼ਾ ਆਪ ਨਹੀਂ ਦੇ ਪਾ ਰਹੀ ਵੀ ਉਹ ਹੂੰ ਕੀ ਹੈ, ਕਿੱਥੇ ਹੈ। ਬਿਲਕੁਲ ਆਮ ਤੌਰ ਤੇ ਅੱਜ ਕੱਲ੍ਹ ਦੇਖਿਆ ਜਾਂਦਾ ਵੀ ਕੁੜੀਆਂ ਦੇ ਵਿੱਚ ਜਿਹੜੀ ਵਿਆਹ ਤੋਂ ਨਕਾਰਾਪਨ ਜਿਹੜਾ ਹੈਗਾ, ਯਾਨੀ ਕਿ ਵਿਆਹ ਨੂੰ ਨਕਾਰ ਰਹੀਆਂ ਹੈਗੀਆਂ। ਬਿਲਕੁਲ ਪਹਿਲਾਂ ਹੁੰਦਾ ਸੀਗਾ ਵੀ ਚਲੋ ਕੁੜੀਆਂ ਦੀ ਗਿਣਤੀ ਘੱਟ ਆ, ਬਟ ਅੱਜ ਕੁੜੀਆਂ ਦੀ ਗਿਣਤੀ ਚਲੋ ਬਰਾਬਰ ਤੇ ਵੀ ਆ ਗਈ, ਬਰਾਬਰ ਤੋਂ ਥੋੜਾ ਜਿਹਾ ਘੱਟ ਆ, ਪਰ ਉਹ ਖੁਦ ਮੈਰਿਜ ਨੂੰ ਨਕਾਰ ਰਹੀਆਂ। ਕਿਉਂ ਹੂੰ ਨਕਾਰ ਰਹੀਆਂ ਹੈਗੀਆਂ ਗੀਆਂ? ਕਿਉਂਕਿ ਉਹਨਾਂ ਦੇ ਅੰਦਰਲੀਆਂ ਜਿਹੜੀਆਂ ਖੁਆਇਸ਼ਾਂ, ਉਹਨਾਂ ਦੇ ਜਿਹੜੇ ਅੰਦਰਲੇ ਸੁਪਨੇ ਹੈਗੇ ਆ, ਉਹਨੂੰ ਪੂਰਾ ਕਰਨ ਦੇ ਚੱਕਰ ਦੇ ਵਿੱਚ ਵੀ ਉਹਨੂੰ ਲੱਗਦਾ ਵੀ ਕਿ ਮੈਂ ਆਜ਼ਾਦ ਹਾਂ। ਹੂੰ ਪਰ ਆਫਟਰ ਆਲ ਏਦਾਂ ਦੀ ਜਿਹੜੀ ਸਥਿਤੀ ਹੈਗੀ ਆ, ਉਹ ਆਉਣ ਵਾਲੇ ਸਮਾਜ ਦੇ ਲਈ ਖਤਰਨਾਕ ਵੀ ਹੋ ਸਕਦੀ ਹੈਗੀ।
ਤੋ ਡਾਵਾਂਡੋਲ ਸਥਿਤੀ ਮੈਨੂੰ, ਮੈਂ ਗ੍ਰਾਸ ਰੂਟ ਲੈਵਲ ਤੇ ਜਾ ਕੇ ਦੇਖਦੀ ਹਾਂ ਤਾਂ ਮੈਨੂੰ ਅੱਜ ਦੀ ਔਰਤ ਦੀ ਸਥਿਤੀ ਡਾਵਾਂਡੋਲ ਨਜ਼ਰ ਆਉਂਦੀ ਆ। ਕਿਉਂਕਿ ਪਿਛਲੇ ਦਿਨਾਂ ਵਿੱਚ ਕਿਸਾਨ ਅੰਦੋਲਨ ਹੋਇਆ ਹਨਾ, ਹਾਂਜੀ। ਉੱਥੇ ਜਿਹੜੀ ਔਰਤ ਦਾ ਰੂਪ ਆਪਾਂ ਨੂੰ ਨਜ਼ਰ ਆਇਆ, ਬਰਾਬਰ ਖੜਦੀਆਂ ਰਹੀਆਂ ਹਨਾ, ਹੂੰ। ਉਹਨਾਂ ਦੇ ਲਈ ਖਾਣਾ ਬਣਾਉਂਦੀਆਂ ਸੀਗੀਆਂ, ਇੱਥੋਂ ਤੱਕ ਕਿ ਬੜੇ ਦਿਨ ਅਜਿਹੇ ਹੁੰਦੇ ਸੀਗੇ ਵੀ ਔਰਤ ਹੀ ਸਟੇਜ ਨੂੰ ਸੰਭਾਲਦੀ ਰਹੀ ਹੈਗੀ ਆ। ਹਾਂਜੀ। ਉਹ ਜਥੇਬੰਦਕ ਰੂਪ ਦੇ ਵਿੱਚ ਨਜ਼ਰ ਆਉਂਦੀ ਆ ਹਨਾ। ਹੂੰ। ਉਹ ਇੱਕ ਨਿਚਲੇ ਤਬਕੇ ਤੋਂ ਉੱਪਰ ਜਾ ਕੇ ਜਥੇਬੰਦਕ ਰੂਪ ਦੇ ਵਿੱਚ ਨਜ਼ਰ ਆਉਂਦੀ ਆ। ਪਰ ਇਹਦੇ ਉਲਟ ਜਿਹੜੇ ਸ਼ਹਿਰੀ ਵਰਗ ਦੀਆਂ ਔਰਤਾਂ ਸੀਗੀਆਂ ਹਨਾ, ਉਹਨਾਂ ਵਿੱਚੋਂ ਕਿੰਨੀਆਂ ਕੁ ਕਿਤੇ ਆਈਆਂ, ਲਾਡੋ ਵਰਗੀਆਂ ਕੁੜੀਆਂ ਕਿੰਨੀਆਂ ਕੁ ਉਹਨਾਂ ਦੇ ਨਾਲ ਖੜੀਆਂ ਹੈਗੀਆਂ ਹਨਾ, ਜੀ। ਬਹੁਤ ਘੱਟ ਖੜੀਆਂ। ਬਾਕੀ ਜਿਹੜੀਆਂ ਹੈਗੀਆਂ ਸੀਗੀਆਂ ਉਹ ਕੰਫਰਟ ਜ਼ੋਨ ਦੇ ਵਿੱਚ ਹੁੰਦੀਆਂ, ਮਤਲਬ ਵੀ ਅਸੀਂ ਜੌਬ ਕਰਦੀਆਂ, ਹੂੰ। ਠੀਕ ਹੈ, ਪੈਸਾ ਹੈਗਾ, ਹਸਬੈਂਡ ਦਾ, ਲਾਈਫ ਹੈ, ਬੱਚੇ ਆ, ਉਹ ਇੱਕ ਕੰਫਰਟ ਜ਼ੋਨ ਦੇ ਵਿੱਚ ਹੈਗੀਆਂ। ਹੂੰ। ਔਰ ਖੁਆਇਸ਼ਾਂ ਦੇ ਪਿੱਛੇ ਭੱਜਣ ਵਾਲੀਆਂ ਕੁੜੀਆਂ ਜਿਹੜੀਆਂ ਹੈਗੀਆਂ ਥੀਏਟਰ ਦੇ ਨਾਲ ਰਿਲੇਟਡ ਹੈਗੀਆਂ, ਉਹ ਬਹੁਤ ਘੱਟ ਹੈਗੀਆਂ। ਤੋਂ ਇਹ ਤਿੰਨ ਸਥਿਤੀਆਂ ਜਿਹੜੀਆਂ ਔਰਤ ਦੀਆਂ ਹੈਗੀਆਂ, ਮੈਂ ਤੁਹਾਨੂੰ ਉਹ ਤਿੰਨਾਂ ਦੇ ਦਰਸ਼ਨ ਕਰਵਾਏ ਹੈਗੇ ਆ। ਔਰ ਬਿਲਕੁਲ। ਤਿੰਨਾਂ ਵਿੱਚੋਂ ਸਹੀ ਗਲਤ ਦਾ ਆਪਾਂ ਨਤੀਜਾ ਨਹੀਂ ਕਰ ਸਕਦੇ, ਠੀਕ ਹੈ ਨਾ, ਕਿਉਂਕਿ ਹਾਂਜੀ। ਆਪਾਂ ਕੋਈ ਜੱਜ ਨਹੀਂ ਹੈਗੇ। ਪਰ ਸਥਿਤੀ ਹੈ ਜਿਹੜੀ ਉਹ ਔਰਤ ਦੀ, ਉਹ ਅੱਜ ਪੜ੍ਹੀ ਲਿਖੀ ਹੋਣ ਦੇ ਬਾਵਜੂਦ ਵੀ ਉਹ ਇੱਕ ਡਾਵਾਡੋਲ ਆ। ਅੰਤਰ ਵਿਰੋਧਾਭਾਸ ਦੇ ਵਿੱਚ ਜਿਉ ਰਹੀ ਹੈਗੀ ਆ। ਹੂੰ। ਅੱਛਾ ਮੈਂ ਲੱਗ ਰਿਹਾ ਮੈਮ ਕਿਉਂਕਿ ਤੁਹਾਡੇ ਨਾਲ ਗੱਲ ਕਰਕੇ, ਬਹੁਤ ਅੱਛਾ ਲੱਗ ਰਿਹਾ। ਤੁਸੀਂ ਔਰਤ ਦੀ ਸਥਿਤੀ ਦੀ ਗੱਲ ਕਰ ਰਹੇ ਹੋ, ਮੈਂ ਪੁੱਛਣਾ ਚਾਹੂੰਗੀ ਕਿ ਵੂਮਨ ਐਮਪਾਵਰਮੈਂਟ ਦੀ ਅਸੀਂ ਗੱਲ ਕਰਦੇ ਹਾਂ ਨਾ, ਮਹਿਲਾ ਸਸ਼ਕਤੀਕਰਨ ਗੱਲ ਕਰਦੇ ਹਾਂ, ਜਾਂ ਕਹਿ ਸਕਦੇ ਹਾਂ ਵੀ ਗੱਲ ਕਰਨ ਦੀ ਲੋੜ ਬਹੁਤ ਪੈਂਦੀ ਹੈ ਮੌਜੂਦਾ ਸਥਿਤੀ 'ਚ। ਤੁਹਾਡੇ ਲਈ ਅਸਲ ਮਾਇਨੇ ਕੀ ਨੇ ਵੂਮਨ ਐਮਪਾਵਰਮੈਂਟ ਦੇ, ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ? ਦੇਖੋ, ਮੈਨੂੰ ਲੱਗਦਾ ਹੁੰਦਾ ਕਿ ਔਰਤ ਹੈ ਜਿਹੜੀ ਉਹ ਕੁਦਰਤ ਦੀ ਸਭ ਤੋਂ ਖੂਬਸੂਰਤ ਰਚਨਾ, ਕਿਉਂਕਿ ਉਹਦੇ ਅੰਦਰ ਉਹਨੇ ਸਾਰੇ ਤਰ੍ਹਾਂ ਦੇ ਭਾਵ ਪੈਦਾ ਕੀਤੇ ਆ। ਕਰੁਣਾ ਰਸ ਜਿਹੜਾ ਹੈਗਾ, ਕਰੁਣਾ ਜਿਹੜੀ ਹੈਗੀ ਆ ਉਹ ਔਰਤ ਵਿੱਚ ਆ, ਮਮਤਾ ਜਿਹੜੀ ਹੈਗੀ ਆ ਔਰਤ ਵਿੱਚ ਹੈਗੀ ਆ। ਇਹਦੇ ਬਾਵਜੂਦ ਵੀ ਸਹਿਨਸ਼ੀਲਤਾ ਵੀ ਔਰਤ ਵਿੱਚ ਹੈਗੀ ਆ। ਹੂੰ। ਲੋੜ ਇਹ ਹੈ ਕਿ ਔਰਤ ਹੈ ਜਿਹੜੀ ਉਹ ਆਪਣੇ ਆਪ ਦੀ ਹੋਂਦ ਦਾ ਸੱਚ ਪਹਿਚਾਨੇ। ਜਦੋਂ ਉਹ ਆਪਣੀ ਹੋਂਦ ਦਾ ਸੱਚ ਪਹਿਚਾਨ ਲੈਂਦੀ ਹੈਗੀ ਆ, ਉਹ ਹਰ ਫਰੰਟ ਦੇ ਉੱਤੇ ਉਹਦੀ ਜਿੱਤ ਹੁੰਦੀ ਹੈਗੀ ਆ। ਜਦੋਂ ਆਪਣੀ ਹੋਂਦ ਦਾ ਜਿਹੜਾ ਸੱਚ, ਆਪਣੀ ਕਰੁਣਾ ਨੂੰ ਭੁੱਲ ਜਾਂਦੀ ਹੈਗੀ ਆ, ਮੰਨ ਲਓ ਤਿੰਨੋਂ ਗੁਣ ਹੈ ਜਿਹੜੇ ਕਿੱਡੇ ਜ਼ਬਰਦਸਤ ਆ, ਹੁਣ ਕਰੁਣਾ ਦਾ ਹੋਣਾ, ਮਮਤਾ ਦਾ ਹੋਣਾ ਔਰ ਸਹਿਨਸ਼ੀਲਤਾ ਦਾ ਹੋਣਾ। ਦੇਖੋ, ਤਿੰਨਾਂ ਚੀਜ਼ਾਂ ਦੇ ਨਾਲ ਔਰਤ ਸੰਪੂਰਨ ਹੁੰਦੀ ਆ। ਜਦੋਂ ਉਹ ਤਿੰਨਾਂ ਨੂੰ ਲੈ ਕੇ ਚੱਲਦੀ ਆ ਤਾਂ ਉਹ ਇੱਕ ਬਹੁਤ ਵੱਡੀ ਸ਼ਕਤੀ ਨਜ਼ਰ ਆਉਂਦੀ ਹੈਗੀ ਆ। ਜਦੋਂ ਉਹ ਤਿੰਨਾਂ ਵਿੱਚੋਂ ਕਿਸੇ ਇੱਕ ਨੂੰ ਭੁੱਲ ਜਾਂਦੀ ਹੈਗੀ ਆ ਹਨਾ, ਤਾਂ ਉਹਦੇ ਉਹ ਇਗਨੋਰ ਕਰ ਦਿੰਦੀ ਆ, ਜਾਂ ਉਹਦੇ ਹਾਲਾਤ ਉਹਨੂੰ ਅਜਿਹੇ ਬਣਾ ਦਿੰਦੀ ਹੈ ਕਿ ਉਹਨੂੰ ਇਗਨੋਰ ਕਰਨਾ ਪੈ ਜਾਂਦਾ ਆਪਣਾ ਇੱਕ ਗੁਣ ਆ। ਉੱਥੇ ਜਿਹੜੀ ਸਥਿਤੀ ਹੈਗੀ ਆ, ਉੱਥੇ ਗੜਬੜ ਹੋਈ। ਹੂੰ। ਮੈਨੂੰ ਲੱਗਦਾ ਕਿ ਜੇ ਔਰਤ ਆਪਣੀ ਹੋਂਦ ਦੇ ਤਿੰਨੇ ਗੁਣ ਪਹਿਚਾਣ ਲਵੇ, ਕਰੁਣਾ, ਮਮਤਾ ਔਰ ਸਹਿਨਸ਼ੀਲਤਾ, ਤਾਂ ਇਹ ਮਤਲਬ ਅਜਿਹਾ ਕੋਈ ਚੱਕਰ ਹੀ ਨਹੀਂ ਹੈਗਾ, ਅਜਿਹੀ ਕੋਈ ਚੀਜ਼ ਬਣੀ ਨਹੀਂ ਹੋਏਗੀ ਜਿਹੜੀ ਇਹਨੂੰ ਸਸ਼ਕਤ ਨਾ ਕਰਦੀ ਹੋਵੇ, ਜਿਹੜੀ ਇਹਨੂੰ ਜੀ। ਅੱਗੇ ਵਧਣ ਤੋਂ ਰੋਕ ਸਕਦੀ ਹੋਵੇ। ਬਹੁਤ ਬਿਲਕੁਲ। ਕੁਝ ਹੈ। 33% ਰਿਜ਼ਰਵੇਸ਼ਨ ਦੀ ਗੱਲ ਹੁੰਦੀ ਆ, ਬਟ ਰਿਜ਼ਰਵੇਸ਼ਨ 33% ਦੇ ਦਿੰਦੇ ਹੈਗੇ ਆ ਮੰਨ ਲਓ ਹਨਾ, ਪਰ ਉੱਥੇ ਜਿਹੜੀ ਔਰਤ ਹੁੰਦੀ ਆ ਉਹ ਲੈ ਕੇ ਵੀ ਮੋਹਰ ਪੈਡ ਬਣ ਜਾਂਦੀ ਆ, ਆਪਣੇ ਹਸਬੈਂਡ ਨੂੰ ਅੱਗੇ ਕਰ ਦਿੰਦੀ ਆ, ਆਪਣੇ ਬੇਟੇ ਨੂੰ ਅੱਗੇ ਕਰ ਦਿੰਦੀ ਆ। ਜੀ। ਉਹ ਜਸਟ ਇੱਕ ਸਿਗਨੇਚਰ ਜਾਂ ਇੱਕ ਸਟੈਂਪ ਪੈਡ ਬਣ ਕੇ ਰਹਿ ਜਾਂਦੀ, ਉੱਥੇ ਤੁਸੀਂ ਕੀ ਕਰੋਗੇ? ਬਿਲਕੁਲ। ਔਰਤ ਸਸ਼ਕਤ ਸੀ, ਜਾਂ ਉਹਨੂੰ ਉਹਦਾ ਜਿਹੜਾ ਮਤਲਬ ਰਿਜ਼ਰਵੇਸ਼ਨ ਸੀਗੀ ਉਹਦੇ ਮੁਤਾਬਕ ਉਹ ਅੱਗੇ ਵੀ ਆਈ ਹੈਗੀ ਆ, ਪਰ ਉੱਥੇ ਆਪਣਾ ਹੂੰ। ਹੱਕ ਨਹੀਂ ਵਰਤਦੀ, ਉੱਥੇ ਤੁਸੀਂ ਕੀ ਬਿਲਕੁਲ। ਕਰੋਗੇ ਹਨਾ। ਹੂੰ। ਦੂਸਰੇ ਪਾਸੇ ਜਿੱਥੇ ਉਹ ਆਪਣੇ ਹੱਕ ਵਰਤਦੀ ਹੈਗੀ ਆ, ਮੰਨ ਲਓ ਅੱਗੇ ਆਉਣਾ ਚਾਹੁੰਦੀ ਆ, ਉਹਨੂੰ ਕੋਈ ਉੱਥੇ ਫਿਰ ਇੱਕ ਉਹਦਾ ਟਕਰਾਵ ਹੁੰਦਾ ਹੈਗਾ ਹਨਾ, ਉਹਦੇ ਵਿੱਚੋਂ ਨਿਕਲਦਾ। ਦੂਸਰੇ ਪਾਸੇ ਸਭ ਤੋਂ ਵੱਡੀ ਜਿਹੜੀ ਔਰਤ ਨੂੰ ਜਿਹੜਾ ਖਤਰਾ ਹੈਗਾ, ਉਹ ਇਹੀ ਹੈ ਕਿ ਉਹੀ ਜਿਵੇਂ ਅੱਜ ਕੱਲ ਤੁਹਾਨੂੰ ਪਤਾ ਰੇਪ ਹੂੰ। ਦੀਆਂ ਜ਼ਿਆਦਾ ਵੱਧ ਰਹੀਆਂ ਹੈਗੀਆਂ। ਹੂੰ। ਇੱਕ ਇਹੀ ਆ, ਉਹ ਉਦੋਂ ਕਹਿ ਦਿੰਦੇ ਨਾ ਵੀ ਔਰਤ ਵਿੱਚ ਗਲਤੀ ਸੀਗੀ, ਪਰ ਜਿਹੜੀ ਵਿਕਟਮ ਹੋਵੇ, ਮਤਲਬ ਇੱਕ ਪੀੜਤਾ ਹੋਵੇ, ਉਹ ਕਿਵੇਂ ਉਹ ਹੋ ਸਕਦੀ ਹੈਗੀ ਆ, ਉਹ ਗਲਤ ਹੋ ਸਕਦੀ ਹੈਗੀ ਆ। ਕੋਈ ਨਹੀਂ ਕਹੂਗਾ ਵੀ ਮੇਰੇ ਨਾਲ ਇਹ ਵਾਲੀ ਘਟਨਾ ਵਾਪਰ ਜਾਵੇ। ਹੂੰ। ਇੱਥੇ ਜਿਹੜੀ ਹੈਗੀ ਆ, ਇੱਥੇ ਵੀ ਪਰਵਰਿਸ਼, ਮੈਂ ਕਹਿੰਦੀ ਆ ਵੀ ਪਰਵਰਿਸ਼ ਦੇ ਸਿਰ ਦੇ ਉੱਤੇ ਹੈਗਾ। ਔਰਤ ਆ ਜਿਹੜੀ, ਅਗਰ ਉਹ ਆਪਣੇ ਬੱਚੇ ਨੂੰ ਇਸ ਤਰੀਕੇ ਨਾਲ ਪਾਲੇ ਕਿ ਉਹਨੂੰ ਪਤਾ ਲੱਗੇ ਵੀ ਇਹ ਜਿਹੜੀਆਂ ਕੁੜੀਆਂ ਹੈਗੀਆਂ, ਇਹਨਾਂ ਤੋਂ ਬਗੈਰ ਮੈਨੂੰ ਨਹੀਂ ਲੱਗਦਾ ਕਿ ਸੰਸਾਰ, ਤੁਹਾਨੂੰ ਵੀ ਪਤਾ ਹੈ ਕਿ ਨਹੀਂ ਚੱਲਦਾ। ਭਾਵਾਂ ਦੀ ਅੱਜ ਕੱਲ ਕਿੰਨੇ ਵੀ ਜਿਹੜੀਆਂ ਨਵੀਆਂ ਨਵੀਆਂ ਟੈਕਨੀਕਸ ਹੈਗੀਆਂ, ਉਹ ਘਰ ਨੂੰ, ਪਰਿਵਾਰ ਨੂੰ ਵਧਾਉਣ ਦੀਆਂ ਆ ਚੁੱਕੀਆਂ ਹੈਗੀਆਂ, ਪਰ ਫਿਰ ਵੀ
ਅੰਸ਼ ਤਾਂ ਘੱਟੋ ਘੱਟ ਔਰਤ ਦਾ ਹੀ ਹੁੰਦਾ ਨਾ। ਹੂੰ ਮਤਲਬ ਜਿਸ ਤਰ੍ਹਾਂ ਹੁਣ ਤੁਹਾਨੂੰ ਲੱਗਦਾ ਹੋਊਗਾ ਵੀ ਮੇਰੇ ਵਿਚਾਰ ਆ ਬੜੇ ਉਲਝੇ ਹੋਏ ਹੈਗੇ ਆ, ਨਹੀਂ ਉਲਝੇ ਹੋਏ ਨਹੀਂ ਹੈਗੇ, ਉਹ ਗ੍ਰਾਸ ਰੂਟ ਲੈਵਲ ਦੇ ਵਿੱਚੋਂ ਹੁੰਦੇ ਆ, ਅਲੱਗ-ਅਲੱਗ ਪਏ ਹੋਏ ਆ ਵਿਚਾਰ। ਜਿਹੜੀ ਔਰਤ ਆ, ਜਿਵੇਂ ਉਹਦੇ 3 ਗੁਣ ਹੈਗੇ ਆ, ਉਵੇਂ ਹੀ ਉਹਦੀਆਂ 3 ਪਰਤਾਂ ਹੈਗੀਆਂ। ਇੱਕ ਲੋਅਰ ਲੈਵਲ ਦੀ ਔਰਤ ਆ, ਇੱਕ ਥੋੜੀ ਜਿਹੀ ਉੱਚ ਵਰਗ ਚ ਆ ਜਾਂਦੀ ਆ, ਔਰ ਇੱਕ ਬਿਲਕੁਲ ਹੀ ਉੱਚ ਵਰਗ ਚ ਆ ਜਾਂਦੀ ਆ, ਜਿਹਨੂੰ ਕੋਈ ਜ਼ਿਆਦਾ ਪਰਵਾਹ ਨਹੀਂ ਹੁੰਦੀ ਗੀ। ਇੱਕ ਕੰਫਰਟ ਜ਼ੋਨ ਚ ਆਈ ਹੋਈ ਆ, ਜਿਹੜੀ ਪਰਵਾਹ ਕਰਨਾ ਨਹੀਂ ਚਾਹੁੰਦੀ ਹੈਗੀ ਗੀ, ਵੀ ਉਹ ਹੂੰ ਚਾਹੁੰਦੀ ਹੈ ਵੀ ਨਾ ਲੜੇ। ਇੱਕ ਹੂੰ ਉਹ ਆ ਨਿਚਲੇ ਵਰਗ ਦੀ ਜਿਹੜੀ ਔਰਤ ਹੈਗੀ ਆ, ਉਹ ਆ ਆਪਣੀਆਂ ਥੁੜਾਂ ਦੇ ਬਾਵਜੂਦ ਵੀ ਲੜਦੀ ਹੈਗੀ ਆ। ਹੂੰ ਪਰ ਜੇ ਇਹ ਤਿੰਨੇ ਤਰ੍ਹਾਂ ਦੀ ਸਥਿਤੀ ਵਾਲੀਆਂ ਔਰਤਾਂ ਇਕੱਠੀਆਂ ਹੋ ਜਾਣ ਕਿਸੇ ਫਰੰਟ ਹੂੰ ਦੇ ਉੱਤੇ, ਤਾਂ ਸਭ ਕੁਝ ਬਦਲ ਸਕਦਾ ਹੈ। ਬਹੁਤ ਖੂਬ। ਅੱਛਾ ਮੈਮ, ਤੁਸੀਂ ਹੱਕਾਂ ਦੀ ਗੱਲ ਕੀਤੀ, ਹੱਕਾਂ ਲਈ ਲੜਨਾ ਬਹੁਤ ਜ਼ਰੂਰੀ ਹੈ, ਪਰ ਅਸੀਂ ਬੈਲੈਂਸਡ ਅਪਰੋਚ ਰੱਖਦੇ ਹਾਂ। ਹੱਕਾਂ ਦੇ ਨਾਲ ਨਾਲ ਔਰਤ ਦੇ ਕੀ ਫਰਜ਼ ਨੇ ਤੁਹਾਡੇ ਹਿਸਾਬ ਨਾਲ, ਜੋ ਬਹੁਤ ਜ਼ਰੂਰੀ ਨੇ? ਦੇਖੋ ਹੁਣ ਸੰਵਿਧਾਨ ਨੇ ਵੀ ਜੇ ਆਪਾਂ ਨੂੰ 7 ਤਰ੍ਹਾਂ ਦੇ ਹੱਕ ਦਿੱਤੇ ਆ, ਤਾਂ 10 ਤਰ੍ਹਾਂ ਦੇ ਫਰਜ਼ ਵੀ ਆ। ਮਤਲਬ ਕਿ ਹੱਕਾਂ ਨਾਲੋਂ ਜ਼ਿਆਦਾ ਫਰਜ਼ ਫਰਜ਼ ਸਾਡੇ ਨੇ। ਸੰਵਿਧਾਨ ਦੇ ਵਿੱਚ। ਹੂੰ ਜੇ 7 ਤਰ੍ਹਾਂ ਦੇ ਹੱਕ ਹੈ ਤੇ 10 ਤਰ੍ਹਾਂ ਦੇ ਫਰਜ਼ ਸਾਡੇ ਤੋਂ ਡਿਮਾਂਡ ਕੀਤੇ ਜੀ, ਹੈਗੇ ਆ। ਰਾਈਟਸ ਐਂਡ ਡਿਊਟੀਜ਼। ਜਿਹੜਾ ਇੱਕ ਦਾ ਹੱਕ ਹੈਗਾ, ਉਹ ਦੂਸਰੇ ਦਾ ਫਰਜ਼ ਆ। ਜੇ ਕਿਸੇ ਨੂੰ ਆਜ਼ਾਦੀ ਨਾਲ ਜਿਉਣ ਦਾ ਹੱਕ ਹੈਗਾ, ਤਾਂ ਦੂਜੇ ਦਾ ਇਹ ਫਰਜ਼ ਬਣਦਾ ਕਿ ਉਹਨੂੰ ਆਜ਼ਾਦੀ ਨਾਲ ਜਿਉਣ ਦੇਵੇ, ਹਨਾ। ਜਦੋਂ ਅਸੀਂ ਆਪਣੇ ਹੱਕ, ਸਿਰਫ ਉਹੀ ਗੱਲ ਹੈ ਨਾ ਵੀ ਇੱਕ ਚੀਜ਼ ਜਦੋਂ ਯਾਦ ਰੱਖਦੇ ਹੈਗੇ ਆ, ਦੂਸਰੀ ਭੁੱਲ ਜਾਂਦੇ ਹੈਗੇ ਆ, ਤਾਂ ਉਦੋਂ ਫਿਰ ਉਹੀ ਗੱਲ ਹੈ ਨਾ ਵੀ ਐ ਨਹੀਂ ਹੈਗਾ ਗਾ ਵੀ ਤੁਹਾਨੂੰ ਜੇ ਸੜਕ ਤੇ ਤੁਰਨ ਦੀ ਆਜ਼ਾਦੀ ਹੈ ਤੇ ਵੀ ਤੁਸੀਂ ਸੜਕ ਦੇ ਵਿਚਾਲੇ ਹੀ ਤੁਰੋ। ਤੁਸੀਂ ਹੂੰ ਖੁਦ ਦਾ ਵੀ ਨੁਕਸਾਨ ਕਰਦੇ ਹੋ ਤੇ ਦੂਸਰੇ ਦਾ ਵੀ ਨੁਕਸਾਨ ਕਰਦੇ ਹੋ। ਹੂੰ ਬਹੁਤੀਆਂ ਜਿਹੜਾ ਮੈਂ ਕੰਮ ਕਰ ਰਹੀ ਹਾਂ ਅੱਜ ਕੱਲ, ਇੱਕ ਟੌਪਿਕ ਤੇ ਕੰਮ ਕਰ ਰਹੀ ਹਾਂ, ਆਉਣ ਵਾਲੇ ਦਿਨਾਂ ਵਿੱਚ ਸ਼ਾਇਦ ਉਹ ਪਬਲਿਸ਼ ਵੀ ਹੋਵੇ। ਉਹਦੇ ਵਿੱਚ ਇਹੀ ਹੈ ਕਿ ਵੀ ਜਿਹੜੀ ਔਰਤ ਹੈਗੀ ਆ, ਉਹ ਜਦੋਂ ਸਿਰਫ ਆਪਣੇ ਹੱਕਾਂ ਦੀ ਗੱਲ ਕਰਦੀ ਆ ਤੇ ਆਪਣੇ ਫਰਜ਼ ਭੁੱਲ ਜਾਂਦੀ ਹੈਗੀ ਆ। ਉਹ ਘਰੇਲੂ ਫਰੰਟ ਤੇ ਹੋਵੇ, ਚਾਹੇ ਉੱਥੇ ਵੀ ਮਾਤ ਖਾਂਦੀ ਹੈਗੀ ਆ, ਚਾਹੇ ਉਹ ਕਿਸੇ ਵੀ ਫਰੰਟ ਤੇ ਹੋਵੇ ਉੱਥੇ ਮਾਰ ਖਾਂਦੀ ਆ। ਜਦੋਂ ਉਹ ਦੋਨਾਂ ਨੂੰ ਬੈਲੈਂਸ ਕਰਕੇ ਚੱਲਦੀ ਹੈ, ਕਿਉਂਕਿ ਗੱਡੀ ਤਾਂ ਹੀ ਚੱਲੂਗੀ ਨਾ ਜੇ ਦੋਨੋਂ ਪਹੀਏ ਇੱਕ ਬਰਾਬਰ ਦੇ ਹੋਣਗੇ। ਇੱਕ ਉੱਚਾ ਇੱਕ ਨੀਵਾਂ ਹੋਵੇ ਤਾਂ ਉਹ ਵੀ ਨਹੀਂ ਚੱਲਦੀ ਗੱਡੀ ਵੀ, ਹਨਾ। ਜੀ ਮੈਨੂੰ ਏਦਾਂ ਲੱਗਦਾ ਹੁੰਦਾ ਵੀ ਮੈਂ ਉੱਚ ਵਰਗ ਦੀਆਂ ਔਰਤਾਂ ਨਾਲ ਤਾਂ ਆਪਣਾ ਵਾਹ ਘੱਟ ਪੈਂਦਾ, ਖਬਰਾਂ ਦੇ ਤੌਰ ਤੇ ਪੈਂਦਾ, ਫਿਲਮਾਂ ਦੇ ਤੌਰ ਤੇ ਪੈਂਦਾ, ਪਰ ਜਿਸ 2 ਵਰਗ ਦੀਆਂ ਔਰਤਾਂ ਦੇ ਨਾਲ ਮੇਰਾ ਵਾਹ ਰਹਿੰਦਾ, ਜਿਹੜੀਆਂ ਮੇਰੀ ਰਿਸਰਚ ਦਾ ਹਿੱਸਾ ਹੈਗੀਆਂ, ਹਿੱਸਾ ਨੇ। ਉਹਨਾਂ ਨੂੰ ਦੇਖ ਕੇ ਅਗਰ ਗੱਲ ਕਰਦੀ ਹੈਗੀਆਂ ਮੈਂ, ਤਾਂ ਇੱਕ ਉਹਨਾਂ ਦੇ ਵਿੱਚ ਇੱਕ ਹਮਦਰਦੀ ਦੀ ਜਿਹੜੀ ਭਾਵਨਾ ਸੀਗੀ ਨਾ, ਉਹ ਖਤਮ ਹੁੰਦੀ ਜਾ ਰਹੀ ਹੈਗੀ ਆ। ਦੂਸਰੇ ਦੇ ਪ੍ਰਤੀ ਹੈ ਜਿਹੜੀ ਹਮਦਰਦੀ ਰੱਖਣਾ, ਉਹ ਖਤਮ ਹੁੰਦਾ ਜਾ ਰਿਹਾ ਹੈਗਾ। ਹੂੰ ਬੜੇ ਥਾਵਾਂ ਤੇ ਤਾਈਓ ਤਾਂ ਫਿਰ ਉਹਨੂੰ ਇਹ ਸੁਣਨਾ ਪੈਂਦਾ ਕਿ ਔਰਤ ਦੀ ਦੁਸ਼ਮਣ ਔਰਤ ਆ। ਉਹ ਇਹੀ ਕਾਰਨ ਹੈ ਕਿ ਜਦੋਂ ਉਹ ਆਪਣੇ ਫਰਜ਼ਾਂ ਦੇ ਵਿਚਲੀ ਜਿਹੜੀ ਹਮਦਰਦੀ ਹੈਗੀ ਆ, ਉਹਨੇ ਗਵਾ ਲਿੱਤੀ ਹੈਗੀ ਆ, ਜਦੋਂ ਉਹ ਉੱਥੇ ਜਾ ਕੇ ਉਹਨੂੰ ਇਹ ਗੱਲ ਸੁਣਨੀ ਪੈਂਦੀ ਆ। ਜੇ ਇੱਕ ਕਹਾਵਤ ਬਣੀ ਹੈ, ਕਹਿੰਦੇ ਵੀ ਜੇ ਕਿਤੇ ਧੂੰਆਂ ਨਿਕਲਦਾ ਹੈਗਾ ਜਾਂ ਅੱਗ ਲੱਗੀ ਹੈ ਕਿਧਰੇ, ਤਾਂ ਉੱਥੇ ਪਹਿਲਾਂ ਧੂੰਆਂ ਵੀ ਹੋਊਗਾ, ਚਿੰਗਾਰੀ ਵੀ ਹੋਗੀ, ਅਗਰ ਧੁਖਦੀ ਹੋਊਗੀ ਤਾਂ, ਹਨਾ। ਹੂੰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ, ਜਿਵੇਂ ਆਹ ਤੁਹਾਡੀ ਕਹਾਵਤ ਦੀ ਗੱਲ ਕਰ ਲੈਂਦੇ ਆ, ਵੀ ਹੈ ਤਾਂ ਉਹ ਕਿਤੇ ਨਾ ਕਿਤੇ ਉਹ ਆਪਣੇ ਉਸ ਜਿਹੜਾ ਹੁੰਦਾ ਕੁਦਰਤ ਨੇ ਉਹਨੂੰ ਰੂਪ ਦਿੱਤਾ ਹੈਗਾ, ਉਹਦੇ ਰੂਪ ਦੇ ਉੱਪਰੋਂ ਨੀਚੇ ਮਤਲਬ ਤੱਕ ਪਹੁੰਚਦੀ ਹੈਗੀ ਆ, ਤਾਂ ਹੀ ਉਹ ਏਦਾਂ ਹੈਗੀ ਆ। ਮਤਲਬ ਮੈਨੂੰ ਲੱਗਦਾ ਮੇਰਾ ਸਿਰਫ ਅਗਰ ਮੇਰਾ ਵੱਸ ਚੱਲੇ ਨਾ, ਤਾਂ ਮੈਂ ਔਰਤ ਨੂੰ ਜਗਾ ਦੇਵਾਂ ਵੀ ਬਈ ਤੇਰੇ ਆ 3 ਰੂਪ ਹੈਗਾ, ਤੇਰੇ ਅੰਦਰ ਸਹਿਨਸ਼ੀਲਤਾ ਹੱਦੋਂ ਵੱਧ ਆ, ਤੇਰੇ ਅੰਦਰ ਜਿਹੜੀ ਕਰੁਣਾ ਹੈਗੀ ਆ, ਦੂਸਰੇ ਦੇ ਪ੍ਰਤੀ ਹਮਦਰਦੀ ਆ, ਉਹ ਹੱਦੋਂ ਵੱਧ ਆ, ਤੇਰੇ ਅੰਦਰ ਮਮਤਾ ਹੱਦੋਂ ਵੱਧ ਆ। ਵੀ ਜੇ ਤੂੰ ਕਿਤੇ ਤਿੰਨੇ ਚੀਜ਼ਾਂ ਨੂੰ ਬੈਲੈਂਸ ਕਰ ਲਵੇਂ, ਤਾਂ ਚੌਥੀ ਜਿਹੜੀ ਤੇਰੀ ਧਿਰ ਹੈਗੀ ਆ, ਮਤਲਬ ਤੂੰ ਆਪ ਹੈਗੀ ਆ, ਤੇਰਾ ਵਿਵੇਕ ਹੈਗਾ, ਹਨਾ। ਜੇ ਉਹਦਾ ਵਿਵੇਕ ਆ ਉਹ ਜਾਗ ਪਵੇ ਤੇ ਉਹ ਤਿੰਨੋਂ ਚੀਜ਼ਾਂ ਨੂੰ ਇਕੱਠੀਆਂ ਕਰ ਲਵੇ, ਤਾਂ ਉਹਦੇ ਵਰਗਾ ਮੈਨੂੰ ਲੱਗਦਾ ਉਹ ਫਿਰ ਮਹਾ ਸ਼ਕਤੀ ਹੈਗੀ ਆ। ਬਿਲਕੁਲ। ਲੋਕ ਕਹਿੰਦੇ ਨਾ ਵੀ ਮਹਾ ਮਾਨਵ ਦਾ ਕੰਸੈਪਟ ਆ, ਪਰ ਮੈਨੂੰ ਲੱਗਦਾ ਹੁੰਦਾ ਕਿ ਫਿਰ ਮੈਂ ਜ਼ਰੂਰ ਲਿਖੂੰਗੀ ਕਿ ਇੱਕ ਮਹਾ ਸ਼ਕਤੀ ਆ, ਜਿਹੜੀ ਮਾਨਵੀ ਹੈਗੀ ਆ। ਮੈਂ ਤਾਂ ਕਦੇ ਕਦੇ ਕਹਿੰਦੀ ਹੁੰਦੀ ਆ ਵੀ ਲੋਕਾਂ ਨੇ ਰੱਬ ਜਿਹੜਾ ਜਿੱਤਿਆ, ਉਹ ਵੀ ਇੱਕ ਮਰਦ ਹੀ ਕਿਉਂ ਜਿੱਤਿਆ ਹੈਗਾ, ਔਰ ਰੱਬੀ ਕਿਉਂ ਨਹੀਂ ਹੈਗੀ ਗੀ, ਇੱਕ ਔਰਤ ਕਿਉਂ ਨਹੀਂ ਹੈਗੀ, ਜੀ ਹਨਾ। ਤਾਂ ਉਹ ਚੀਜ਼ਾਂ ਅਗਰ ਭੁੱਲ ਜਾਵੇ ਨਾ, ਵੀ ਮੈਨੂੰ ਲੱਗਦਾ ਕਿਤੇ ਕਿਤੇ ਨਾ ਔਰਤ ਨੂੰ ਆਪਦੇ ਅੰਦਰ ਰੀਵੈਲੂਏਸ਼ਨ ਕਰਨ ਦੀ ਜ਼ਰੂਰਤ ਹੈਗੀ ਹੈ, ਲੋੜ ਵੀ ਹੈ। ਉਹਨੂੰ ਸੋਚਣਾ ਪਊਗਾ ਵੀ ਮੈਂ ਕਿੱਥੇ ਆ। ਅੰਦਰ ਅਗਰ ਪੜਚੋਲ ਕਰ ਲੂਗੀ ਉਹ, ਤਾਂ
ਉਹਦੀ ਹਰ ਪਾਸੇ ਫਤਿਹ ਹੋਣੀ ਲਾਜ਼ਮੀ ਆ ਔਰ ਹੋਊਗੀ ਵੀ ਪੱਕਾ। ਆਖਰੀ ਸਵਾਲ ਮੈਮ, ਮਰਦਾਂ ਦਾ, ਸਮਾਜ ਦਾ, ਪਰਿਵਾਰ ਦਾ ਤਾਂ ਬਹੁਤ ਵੱਡਾ ਰੋਲ ਹੈ ਸਸ਼ਕਤ ਕਰਨ ਨੂੰ। ਮੈਂ ਪੁੱਛਣਾ ਚਾਹੂੰਗੀ ਕਿ ਔਰਤ ਨੂੰ ਕਿਵੇਂ ਐਮਪਾਵਰ ਕਰ ਸਕਦੀ ਹੈ? ਆਖਰੀ ਸਵਾਲ ਮੈਮ। ਮੈਡਮ ਮਰਦ ਵੀ ਹੈਗੇ ਆ ਨਾ ਜਿਹੜੇ, ਉਹਨੇ ਵੀ ਔਰਤ ਨੂੰ ਇੰਪਾਵਰ ਕੀਤਾ ਹੈਗਾ। ਹਾਂਜੀ। ਜਿੱਥੇ ਤੁਹਾਡੇ ਨਾਲ ਮਰਦ ਆ ਕੇ ਖੜ ਜਾਂਦਾ, ਚਾਹੇ ਉਹ ਕਿਸੇ ਵੀ ਕਿਸਮ ਦਾ ਭਰਾ ਹੈ, ਪਤੀ ਆ, ਦੋਸਤ ਆ ਤੁਹਾਡਾ, ਨਾ ਪਿਤਾ ਹੈਗਾ, ਚਾਹੇ ਉਹ ਜਦੋਂ ਤੁਹਾਡੇ ਨਾਲ ਖੜਦਾ ਉਦੋਂ ਇੰਪਾਵਰ ਹੁੰਦੀ ਆ। ਬਿਲਕੁਲ। ਜੇ ਇਹ ਕਹਿੰਦੇ ਆ ਨਾ ਵੀ ਵੈਸੇ ਵੀ ਇੱਕ ਨਾਲੋਂ ਹੋਰ ਵੀ ਹੈਗੀ ਆ ਵੀ ਹਰ ਮਰਦ ਦੀ ਕਾਮਯਾਬੀ ਪਿੱਛੇ ਇੱਕ ਔਰਤ ਹੁੰਦੀ ਔਰਤ ਹੈਗੀ ਦਾ ਆ ਹਨਾ। ਹੱਥ ਹੁੰਦਾ। ਜੇ ਇੱਕ ਮਰਦ ਦੀ ਕਾਮਯਾਬੀ ਦੇ ਪਿੱਛੇ ਇੱਕ ਔਰਤ ਹੁੰਦੀ ਹੈ ਤੇ ਇੱਕ ਦੂਸਰੀ ਔਰਤ ਦੀ ਕਾਮਯਾਬੀ ਦੇ ਪਿੱਛੇ ਵੀ ਇੱਕ ਔਰਤ ਹੋ ਸਕਦੀ ਹੈਗੀ ਆ। ਹੋ ਸਕਦੀ ਤੁਹਾਡਾ ਹੈ ਸਵਾਲ ਇਹੀ ਸੀਗਾ ਹਨਾ। ਜੀ। ਉਹੀ ਗੱਲ ਹੈ ਨਾ ਵੀ ਅਹ, ਉਹ ਜਿਹੜੇ ਆਪਣਾ ਕਰੁਣਾ ਰਸ ਪਛਾਣ ਲਵੇ ਵੀ ਇੱਕ ਉਹੀ ਗੱਲ ਵੀ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ ਉਹਦੇ ਉਲਟ ਭੁਗਤਦੀਆਂ ਹੈਗੀਆਂ। ਜਦੋਂ ਉਹਨੂੰ ਏਦਾਂ ਗੁੱਸਾ ਆਉਣਾ ਸ਼ੁਰੂ ਹੋ ਜਾਊਗਾ ਵੀ ਇਹ ਸਾਰੇ ਜਣੇ ਮੈਨੂੰ ਏਦਾਂ ਕਹਿ ਰਹੇ ਆ, ਮੈਂ ਏਦਾਂ ਦੀ ਨਹੀਂ ਹੈਗੀ, ਜਦੋਂ ਉਹ ਠਾਣ ਲੂਗੀ ਵੀ ਮੈਂ ਸਾਰਾ ਕੁਝ ਉਲਟ ਕਰਕੇ ਦਿਖਾਉਣਾ, ਜੋ ਮੈਨੂੰ ਕਹਾਵਤਾਂ ਦਿੱਤੀਆਂ ਗਈਆਂ ਸਾਰਾ ਕੁਝ ਮੈਨੂੰ ਉਲਟਾ ਵੀ ਇਹ ਮੈਨੂੰ ਕਹਿੰਦੇ ਵੀ ਤੂੰ ਕੁਝ ਨਹੀਂ ਕਰ ਸਕਦੀ ਹੈ ਨਾ, ਜਿੱਥੇ ਉਹ ਚੁਣੌਤੀ ਨੂੰ ਕਬੂਲ ਕਰ ਲਵੇ, ਉਹ ਜਦੋਂ ਉਹ ਚੁਣੌਤੀ ਨੂੰ ਕਬੂਲ ਕਰੂਗੀ ਉਹ ਔਰਤ ਨੂੰ ਵੀ ਸਸ਼ਕਤ ਕਰੂਗੀ, ਉਹ ਮਰਦ ਨੂੰ ਵੀ ਸਸ਼ਕਤ ਕਰੂਗੀ। ਕਿਉਂਕਿ ਔਰਤ ਦੇ ਵਿੱਚ ਜਿੰਨੀ ਸ਼ਕਤੀ ਹੈਗੀ ਆ ਉਹ ਇੱਕ ਨਹੀਂ ਦੋ ਘਰਾਂ ਨੂੰ ਵੀ ਪਾਲ ਸਕਦੀ ਆ ਹਨਾ। ਉਹ ਬੱਚੇ ਅਗਰ ਪੜ੍ਹਦੇ ਹੈਗੇ, ਕਹਿੰਦੇ ਵੀ ਜੇ ਮਰਦ ਪੜਿਆ ਤਾਂ ਇਕੱਲਾ ਪੜਿਆ, ਜੇ ਔਰਤ ਪੜ੍ਹੀ ਤਾਂ ਪਰਿਵਾਰ ਪੜਿਆ ਪੂਰਾ ਹੈਗਾ ਪਰਿਵਾਰ ਹਨਾ। ਪੜਦਾ। ਉਹਦੇ ਕੋਲੇ ਸਾਰੀਆਂ ਦੀਆਂ ਸਾਰੀਆਂ ਸ਼ਕਤੀਆਂ ਦੁੱਗਣੀਆਂ ਹੈਗੀਆਂ। ਲੋੜ ਕਿੱਥੇ ਆ ਜਾਂ ਔਰਤ ਹੈ ਜਿਹੜੀ ਉਹ ਪਿੱਛੇ ਕਦੋਂ ਜਾ ਰਹੀ ਆ, ਜਦੋਂ ਉਹ ਆਪਣੀ ਸ਼ਕਤੀ ਨੂੰ ਨਹੀਂ ਪਹਿਚਾਨ ਰਹੀ। ਮੈਂ ਇਹ ਚਾਹੂੰਗੀ ਕਿ ਸਾਰੇ ਤਰ੍ਹਾਂ ਦੀ ਔਰਤਾਂ, ਤਿੰਨੇ ਵਰਗਾਂ ਦੀ, ਚਾਰੇ ਵਰਗਾਂ ਦੀ, ਜਿਹੜੀਆਂ ਵੀ ਅਗਰ ਆਪਾਂ ਵਰਗ ਵਾਈਜ਼ ਵੰਡ ਕਰੀਏ ਤਾਂ ਇੱਕੋ ਹੀ ਇੱਕ ਮੇਰੀ ਰਿਸਰਚ ਸਿਰਫ ਇੱਕ ਪੁਆਇੰਟ ਤੇ ਅੱਗੇ ਆਉਂਦੀ ਹੈ ਵੀ ਜੇ ਉਹ ਆਪਣੇ ਮੂਲ ਨੂੰ ਪਹਿਚਾਨਦੀ ਆ, ਆਪਣੇ ਵੀ ਉਹ ਕੀ ਆ, ਫੇਰ ਹੀ ਉਹ ਹਰ ਤਰ੍ਹਾਂ ਨਾਲ ਇੰਪਾਵਰ ਹੋ ਸਕਦੀ ਆ। ਕਿਉਂਕਿ ਤੁਸੀਂ ਕਿਸੇ ਨੂੰ ਬਦਲ ਨਹੀਂ ਸਕਦੇ, ਤੁਸੀਂ ਕਿਸੇ ਨੂੰ ਸਮਝਾ ਸਕਦੇ ਹੋ। ਬਦਲਦਾ ਇਨਸਾਨ ਕਦੋਂ ਆ? ਜਦੋਂ ਉਹ ਖੁਦ ਆਪਣੇ ਅੰਦਰੋਂ ਚਾਹੁੰਦਾ ਹੈਗਾ, ਠੀਕ ਹੈ ਨਾ। ਇਹ ਕੋਈ ਅਗਰ ਪਾਰੇ ਤੇ ਜਿਹੜੀ ਮਤਲਬ ਫਿਤਰਤ ਹੈਗੀ ਆ ਵੀ ਉਹਨੂੰ ਟੁਕੜਿਆਂ ਦੇ ਵਿੱਚ 1000 ਟੁਕੜੇ ਕਰ ਦੋ, ਪਰ ਉਹ ਇੱਕ ਹਵਾ ਦੀ ਬੁੱਲਾ ਆਉਣ ਦੇ ਨਾਲ ਉਹ ਫਿਰ ਤੋਂ ਜੁੜ ਸਕਦਾ ਹੁੰਦਾ। ਦੈਟ ਵਾਈਜ਼ ਵੂਮਨ, ਇਹ ਔਰਤ ਹੈਗੀ ਆ ਜਿਹੜੀ 1000 ਟੁਕੜਿਆਂ 'ਚ ਟੁੱਟ ਕੇ ਵੀ ਜੁੜ ਸਕਦੀ ਹੈਗੀ ਆ। ਪਰ ਕੀ ਆ ਕਿ ਉਹ ਆਪਣੇ ਟੁਕੜਿਆਂ ਨੂੰ ਟੁਕੜੇ ਹੀ ਰਹਿਣ ਦਿੰਦੀ ਹੈਗੀ ਆ, ਉਹਨਾਂ ਨੂੰ ਜੋੜਦੀ ਨਹੀਂ ਹੈਗੀ। ਤੇ ਕਹਿੰਦੇ ਜੇ ਪਾਰਾ ਜੁੜ ਜਾਵੇ ਤੇ ਕਿਸੇ ਦੇ ਹੱਡਾਂ 'ਚ ਬਹਿ ਜਾਂਦਾ ਹੁੰਦਾ ਔਰ ਕਿਸੇ ਨੂੰ ਖਤਮ ਵੀ ਕਰ ਸਕਦਾ ਹੁੰਦਾ। ਔਰ ਜੇ ਉਹਦੀ ਕੁਆਂਟੀਟੀ ਹੈਗੀ ਆ ਉਹ ਸਹੀ ਮਾਤਰਾ ਦੇ ਵਿੱਚ ਹੋਵੇ ਤਾਂ ਬਹੁਤ ਇਲਾਜ ਵੀ ਕਰ ਸਕਦਾ ਹੈਗਾ ਹਨਾ। ਇਹ ਸਾਰਾ ਕੁਝ ਔਰਤ ਦੇ ਅੰਦਰ ਹੀ ਹੈਗਾ। ਲੋੜ ਸਿਰਫ ਇਹੀ ਹੈ ਕਿ ਉਹ ਆਪਣੇ ਮੂਲ ਨੂੰ ਪਹਿਚਾਣੇ। ਮੈਂ ਸਿਰਫ ਇਹੀ ਕਹਿਣੀ ਹੁੰਦੀ ਹਾਂ। ਧੰਨਵਾਦ ਤੁਹਾਡਾ ਮੈਮ, ਬਹੁਤ ਅੱਛਾ ਲੱਗਿਆ ਤੁਹਾਡੇ ਵਿਚਾਰ ਸੁਣ ਕੇ। ਅਗਲੀ ਵਾਰ ਜ਼ਰੂਰ ਫੇਰ ਮਿਲਾਂਗੇ ਲੰਬੇ ਸਮੇਂ ਲਈ, ਕਿਉਂਕਿ ਬਹੁਤ ਅੱਛਾ ਲੱਗ ਰਿਹਾ ਤੁਹਾਡੇ ਵਿਚਾਰ ਸੁਣ ਕੇ। ਸੋ ਇਹ ਸੀ ਜੀ ਸਾਡੀ ਜੀ, ਥੈਂਕ ਯੂ ਮੈਮ। ਸੋ ਇਹ ਸੀ ਜੀ ਸਾਡੀ ਅੱਜ ਦੀ ਖਾਸ ਮੁਲਾਕਾਤ ਹਰਪਿੰਦਰ ਮੈਮ ਦੇ ਨਾਲ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਨਵੇਂ ਚਿਹਰੇ, ਨਵੀਂ ਸ਼ਖਸੀਅਤ ਤੇ ਨਵੀਂ ਇੰਸਪੀਰੇਸ਼ਨ ਦੇ ਨਾਲ। ਉਦੋਂ ਤੱਕ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।